ਅੱਛਾ, ਇੱਕ ਜਿਹੜਾ ਕਿ ਤੁਸੀਂ ਬਹੁਤ ਹੀ ਕਾਮਨ ਕੁਐਸਚਨ ਪੁੱਛਦੇ ਹੋ ਵੀ ਜਿਵੇਂ ਮਤਲਬ ਸਪੋਜ਼ ਕਰੋ ਕੋਈ ਵਿਜ਼ਿਟਰ ਵੀਜ਼ੇ ਤੇ ਆਇਆ, ਸੋ ਉਹਦੀਆਂ ਕੀ ਰਿਕੁਆਇਰਮੈਂਟਸ ਨੇ ਤੇ ਕਿੰਨਾ ਹਾਰਡ ਜਾਂ ਈਜ਼ੀ ਆ ਇਹ ਕਨਵਰਟ ਕਰਨਾ ਆਪਣਾ ਵੀਜ਼ਾ ਵਿਜ਼ਟਰ ਤੋਂ ਵਰਕ ਵੀਜ਼ੇ ਵਾਸਤੇ। ਵੈਰੀ ਗੁੱਡ ਕੁਐਸਚਨ ਐਕਚੁਅਲੀ। ਹਾਂਜੀ, ਸਿੰਪਲ ਸ਼ਬਦਾਂ ਦੇ ਵਿੱਚ ਤੁਸੀਂ ਜੇ ਮੈਨੂੰ ਬੰਦੇ ਦੀ ਲੋੜ ਆ, ਮੈਂ ਕਿਸੇ ਨੂੰ ਬੁਲਾ ਰਿਹਾ ਤਾਂ ਉਹ ਐਕਚੁਅਲੀ ਮੇਰਾ ਖਰਚਾ ਵਾ, ਨਾ ਕਿ ਉਸ ਬੰਦੇ ਦਾ। ਬਿਲਕੁਲ, ਨਾ ਕਿ ਉਸ ਬੰਦੇ ਦਾ ਖਰਚਾ। ਜਿੰਨੇ ਕੰਮ ਕਰਨਾ ਹੈ ਉਹਦਾ ਖਰਚਾ ਨਹੀਂ ਹੈਗਾ, ਉਹਨੇ ਤਾਂ ਕੰਮ ਕਰਨਾ ਹੈ, ਪੈਸੇ ਲੈਣੇ, ਕਮਾਈ ਕਰਨੀ, ਉਹ ਉਹਦਾ ਰੋਜ਼ੀ ਰੋਟੀ। ਪਰ ਉਹ ਕੰਮ ਨੂੰ ਲੈਣ ਵਾਸਤੇ ਵੀ ਜੇ ਉਹਨੂੰ ਖਰਚਾ ਕਰਨਾ ਪਵੇ, ਲੀਗਲੀ ਜੇ ਆਪਾਂ ਕਹੀਏ ਤਾਂ ਪੇਇੰਗ ਐਨੀਬਾਡੀ ਰਿਕਰੂਟਮੈਂਟ ਫੀ ਇਨ ਨਿਊਜ਼ੀਲੈਂਡ ਇਜ਼ ਇਲੀਗਲ। ਹਾਂਜੀ, ਠੀਕ ਹੈ ਜੀ, ਇਹ ਗੱਲ ਵੱਲ ਧਿਆਨ ਦਿਓ। ਜੇ EMPLOYER ਨੇ ਕਿਸੇ ਨੂੰ ਰੱਖਣਾ ਹੈ ਤਾਂ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਤੁਸੀਂ ਪਹਿਲਾਂ ਲੇਬਰ ਮਾਰਕੀਟ ਟੈਸਟ ਕਰੋ, ਵਿਚ ਮੀਨਸ ਕਿ ਤੁਸੀਂ ਨਿਊਜ਼ੀਲੈਂਡ 'ਚ ਚੈੱਕ ਕਰੋ ਕਿ ਤੁਹਾਡੇ ਕੋਲ ਉਹ ਸਕਿੱਲ ਨੂੰ ਮੀਟ ਕਰਨ ਲਈ ਜਾਂ ਉਹ ਸਕਿੱਲ ਨੂੰ ਫੁੱਲਫਿਲ ਕਰਨ ਲਈ, ਵੈਕੈਂਸੀ ਫੁੱਲ ਕਰਨ ਲਈ ਤੁਹਾਡੇ ਕੋਲ ਲੋਕਲਸ ਹੈਗੇ ਨੇ। ਇੱਥੇ ਆ ਕੇ ਇਮੀਗ੍ਰੇਸ਼ਨ ਚੈੱਕ ਹੁੰਦਾ ਉਹਨਾਂ ਦਾ, ਕਈ ਇੱਥੋਂ ਮਤਲਬ ਵਾਪਸ ਵੀ ਮੋੜ ਦਿੱਤੇ ਗਏ ਨੇ, ਮਤਲਬ ਕੰਟਰੀ ਦੇ ਵਿੱਚ ਐਂਟਰੀ ਨਹੀਂ ਮਿਲੀ। ਤਾਂ ਮਕਸਦ ਹੈ ਵੀ ਬਿਨਾਂ ਜੌਬ ਤੋਂ ਵਰਕ ਵੀਜ਼ਾ ਲੈਣਾ ਇਜ਼ ਇੰਪੋਸੀਬਲ। ਤਾਂ ਪਹਿਲੀ ਗੱਲ ਇੱਥੇ ਤਾਂ ਆਟੋਮੈਟਿਕਲੀ ਤੁਸੀਂ ਇਮੀਗ੍ਰੇਸ਼ਨ ਨੂੰ ਅਪਰੂਵ ਕਰ ਦਿੰਦੇ ਹੋ ਕਿ ਵਿਜ਼ਿਟਰ ਵੀਜ਼ਾ ਜੇ ਤੁਸੀਂ ਪਹਿਲਾਂ ਪਾਇਆ, ਕਿ ਹੁਣ ਤੁਸੀਂ ਪਹਿਲਾਂ ਸਹੀ ਕਹਿ ਰਹੇ ਸੀਗੇ ਕਿ ਤੁਸੀਂ ਵਿਜ਼ਿਟ ਕਰਕੇ ਵਾਪਸ ਮੁੜ ਜਾਣਾ, ਜਾਂ ਤੁਸੀਂ ਹੁਣ ਸਹੀ ਕਹਿ ਰਹੇ ਹੋ ਵੀ ਅਸੀਂ ਵਾਪਸ ਨਹੀਂ ਮੁੜਨਾ, ਅਸੀਂ ਤਾਂ ਜੀ ਇੱਥੇ ਹੀ ਰਹਿਣਾ। ਇੱਕ ਟਰੱਕ ਡਰਾਈਵਰ ਹਾਇਰ ਕਰਨਾ ਤਾਂ ਤੁਹਾਨੂੰ ਉਹਦੇ ਲਈ ਇੱਕ ਬਕਾਇਦਾ ਜੌਬ ਟੋਕਨ ਅਪਲਾਈ ਕਰਨਾ ਪੈਂਦਾ। ਉਹ ਜੌਬ ਟੋਕਨ ਜਦੋਂ ਆਉਂਦਾ ਤੇ ਇੱਕ ਯੂਨੀਕ ਲਿੰਕ ਜਨਰੇਟ ਹੁੰਦਾ। ਉਹ ਯੂਨੀਕ ਲਿੰਕ ਜਦੋਂ ਤੁਹਾਡਾ ਅਪਰੂਵ ਹੁੰਦਾ ਤੇ ਉਹਦੇ ਥਰੂ ਹੀ ਤੁਸੀਂ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ। ਉਸ ਲਿੰਕ ਤੋਂ ਬਗੈਰ ਤੁਸੀਂ ਵਰਕ ਵੀਜ਼ਾ ਅਪਲਾਈ ਹੀ ਨਹੀਂ ਕਰ ਸਕਦੇ। ਰੀਸੈਂਟਲੀ ਜੀ ਮੈਨੂੰ ਇੰਨੇ ਕੁ ਕੁਐਸਚਨ ਆਉਂਦੇ ਆ ਨਾ YouTube ਤੇ ਇਮੀਗ੍ਰੇਸ਼ਨ ਬਾਰੇ, ਕਿਉਂਕਿ ਇੰਡੀਆ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਨੇਪਾਲ ਤੋਂ, ਮਤਲਬ ਓਵਰਸੀਜ਼ ਦੁਬਈ ਵਗੈਰਾ ਤੋਂ ਨਾ ਬਹੁਤ ਹੀ ਜ਼ਿਆਦਾ ਇੱਥੇ ਜਿਵੇਂ ਵਿਜ਼ਟਰ ਵੀਜ਼ੇ ਤੇ, ਟੂਰਿਸਟ ਵੀਜ਼ੇ ਤੇ ਵਰਕ ਪਰਮਿਟ ਤੇ ਲੋਕ ਆ ਰਹੇ ਨੇ ਤਾਂ ਜਾਂ ਆਉਣਾ ਚਾਹੁੰਦੇ ਆ, ਪਰ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਨੇ। ਸੋ ਮੈਂ ਸੋਚਿਆ ਕਿਉਂ ਨਾ ਇੱਕ ਆਪਾਂ ਇੱਦਾਂ ਦੀ ਵੀਡੀਓ ਬਣਾਈਏ ਜਿਹਦੇ ਵਿੱਚ ਕੋਸ਼ਿਸ਼ ਕਰੀਏ ਕਿ ਤੁਹਾਡੇ ਦਿਮਾਗ ਦੇ ਵਿੱਚ ਜੋ ਵੀ ਚੱਲ ਰਿਹਾ ਵਾ ਉਹਦਾ ਇੱਕ ਸਿੰਪਲ ਸੌਖੇ ਤਰੀਕੇ ਨਾਲ ਮੈਂ ਜਵਾਬ ਦੇ ਸਕਾਂ। ਮੈਂ ਦੋ ਕੁ ਗੱਲਾਂ ਕਲੀਅਰ ਕਰਨੀਆਂ ਚਾਹੁੰਦਾ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ, ਕਿ ਇੱਕ ਤਾਂ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਹੈਗਾ, ਆਪਾਂ ਸਿਰਫ ਇੱਕ ਨਾਰਮਲ ਵੀਡੀਓਜ਼ ਬਣਾਉਂਦੇ ਆ, ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆ। ਪਰ ਇਹ ਚੀਜ਼ ਦਾ ਵੀ ਆਪਾਂ ਸੋਲੂਸ਼ਨ ਲੱਭਿਆ। ਇੱਕ ਆਪਣੇ ਨਾਲ ਅੱਜ ਇੱਕ ਬਹੁਤ ਹੀ ਵਧੀਆ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਕੰਸਲਟੈਂਟ ਨੇ, ਲਾਇਰ ਨੇ, ਵਕੀਲ ਨੇ, ਜਿਹੜੇ ਕਿ ਤੁਹਾਡੇ ਨਾਲ ਖੁੱਲ੍ਹ ਕੇ ਗੱਲਬਾਤ ਕਰਨਗੇ। ਤੁਹਾਡੇ ਸਵਾਲਾਂ ਦੇ ਜਵਾਬ ਜਿੰਨੇ ਵੀ ਮੈਨੂੰ ਹੁਣ ਤੱਕ ਆਏ ਨੇ ਜਾਂ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਕਿਸੇ ਵੀ ਕੰਟਰੀ ਦੇ ਵਿੱਚ ਜਾਣ ਤੋਂ ਪਹਿਲਾਂ, ਉੱਥੇ ਦਾ ਵੀਜ਼ਾ ਲੈਣ ਤੋਂ ਪਹਿਲਾਂ, ਉਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਤੇ ਨਾਲ ਦੀ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਜਿਵੇਂ ਇੱਥੇ ਦੀ ਕੀ ਕੰਡੀਸ਼ਨ ਚੱਲ ਰਹੀ ਆ, ਜਦੋਂ ਇੱਕ ਵਾਰ ਤੁਸੀਂ ਇੱਥੇ ਆ ਜਾਂਦੇ ਹੋ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਦੀ ਵੀਡੀਓ ਜਦ ਤੁਸੀਂ ਐਂਡ ਤੱਕ ਦੇਖੋਗੇ ਤੁਹਾਡੇ ਦਿਮਾਗ ਦੇ ਵਿੱਚੋਂ ਕਾਫੀ ਹੱਦ ਤੱਕ ਉਹ ਕਲੀਅਰ ਹੋ ਜਾਣਗੀਆਂ ਸਾਰੀਆਂ ਗੱਲਾਂ। ਸੋ ਅੱਜ ਦੀ ਵੀਡੀਓ ਦਾ ਇੱਕ ਪਰਪਸ ਆ, ਜਿਹੜਾ ਮੇਨ ਪਰਪਸ ਆ, ਥੋੜੀ ਜੀ ਅਵੇਅਰਨੈਸ, ਥੋੜੀ ਜੀ ਤੁਹਾਨੂੰ ਕਲੀਅਰ ਪਿਕਚਰ ਪਤਾ ਹੋਵੇ ਵੀ ਤੁਸੀਂ ਸਿਰਫ ਇਹ ਨਾ ਸੋਚੋ ਕਿ ਮੈਨੂੰ ਵੀਜ਼ਾ ਮਿਲ ਰਿਹਾ ਮੈਂ ਦਵਾ ਦਵ ਚਲੇ ਜਾਵਾਂ, ਪਰ ਤੁਹਾਨੂੰ ਇੱਥੇ ਆ ਕੇ ਕਿਹੜੀਆਂ ਮੁਸ਼ਕਿਲਾਂ ਦਾ ਮਤਲਬ ਸਾਹਮਣਾ ਕਰਨਾ ਪੈ ਸਕਦਾ ਤੇ ਫਿਊਚਰ ਦੇ ਵਿੱਚ ਤੁਹਾਡਾ ਕੀ ਅੱਗੇ ਜਾ ਕੇ ਸਕੋਪ ਹੈਗਾ ਜੇ ਤੁਸੀਂ ਵਰਕ ਪਰਮਿਟ ਤੇ ਆਉਂਦੇ ਹੋ, ਵਿਜ਼ਟਰ ਵੀਜ਼ੇ ਤੇ ਆਉਂਦੇ ਹੋ, ਇਹ ਸਾਰੀਆਂ ਗੱਲਾਂ ਬਾਤਾਂ। ਸੋ ਠੀਕ ਹੈ ਜੀ, ਵੀਡੀਓ ਦੇ ਵਿੱਚ ਜੁੜੇ ਰਹੋ। ਆਪਾਂ ਤੁਹਾਡੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਆਪਣੇ ਘਰੇ ਆ ਰਹੇ ਨੇ, ਆਪਾਂ ਉਹਨਾਂ ਨਾਲ ਬੈਠ ਕੇ ਖੁੱਲ੍ਹ ਕੇ ਗੱਲਬਾਤ ਕਰਾਂਗੇ, ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਤੇ ਜੇ ਤੁਹਾਡੇ ਸਰਕਲ ਦੇ ਵਿੱਚ ਕੋਈ ਵੀ, ਤੁਹਾਡੀ ਫੈਮਿਲੀ ਦੇ ਵਿੱਚ, ਫਰੈਂਡਸ ਦੇ ਵਿੱਚ ਕੋਈ ਵੀ ਹੈਗਾ ਜਿਹੜਾ ਸੋਚ ਰਿਹਾ ਨਿਊਜ਼ੀਲੈਂਡ ਆਉਣ ਦਾ ਜਾਂ ਹੋਰ ਵੀ ਕਿਤੇ ਜਾਣ ਦਾ, ਇਹ ਵੀਡੀਓ ਤੁਹਾਡਾ ਬਹੁਤ ਹੀ ਜ਼ਿਆਦਾ ਮਤਲਬ ਹੈਲਪਫੁਲ ਹੋਊਗੀ, ਤਾਂ ਉਹਨਾਂ ਨੂੰ ਵੀ ਵੀਡੀਓ ਅੱਗੇ ਸ਼ੇਅਰ ਕਰ ਦਿਓ। ਤੇ ਨਾਲ ਦੀ ਨਾਲ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੇਜ ਆ ਆਪਣਾ @guy_YouTube, ਉਹਨੂੰ ਵੀ ਲਾਈਕ ਜ਼ਰੂਰ ਕਰਿਓ। ਠੀਕ ਹੈ ਜੀ, ਕਰਦੇ ਹਾਂ ਵੀਡੀਓ ਸਟਾਰਟ ਆਪਾਂ। ਹਾਂਜੀ, ਸੋ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਨਾਲ ਇੱਕ ਬਹੁਤ ਹੀ ਵਧੀਆ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਕੰਸਲਟੈਂਟ ਆਏ ਹੋਏ ਨੇ, ਤੇ ਸਾਕਸ਼ੀ, ਵੈਲਕਮ ਟੂ ਦ ਚੈਨਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਤੁਸੀਂ ਪਲੀਜ਼ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਆਪਣਾ ਇੰਟਰੋਡਕਸ਼ਨ ਦੇ ਦਿਓ ਜੀ। ਹਾਂਜੀ ਜ਼ਰੂਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਅਸੀਂ ਤੁਹਾਡੇ ਪਿਆਰੇ ਵਿਊਅਰਸ ਨਾਲ ਇਹ ਡਿਸਕਸ਼ਨ ਕਰ ਸਕੀਏ, ਇਮੀਗ੍ਰੇਸ਼ਨ ਮੈਟਰਸ ਦੇ ਬਹੁਤ ਹੀ ਇੰਪੋਰਟੈਂਟ ਪੁਆਇੰਟਸ ਕਵਰ ਕਰ ਸਕੀਏ। ਮੇਰਾ ਨਾਮ ਸਾਕਸ਼ੀ ਵਿਦ ਸਿੱਖ ਹੋ ਤੇ ਮੈਂ ਇਮੀਗ੍ਰੇਸ਼ਨ ਐਡਵਾਈਜ਼ਰ ਅਥਾਰਟੀ ਦੇ ਅੰਦਰ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹਾਂ। ਮੇਰੇ ਲਾਇਸੈਂਸ ਦੀਆਂ ਡਿਟੇਲਸ ਸਾਰੀਆਂ ਪਬਲਿਕ ਅਥਾਰਟੇਟਿਵ ਵੈਬਸਾਈਟ ਤੇ ਹੈਗੀਆਂ ਨੇ, ਜੇ ਜ਼ਰੂਰਤ ਹੋਵੇ ਤਾਂ ਅਸੀਂ ਲਿੰਕ ਸ਼ੇਅਰ ਕਰ ਦਾਂਗੇ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ।
ਤੇ ਕੋਸ਼ਿਸ਼ ਹੋਏਗੀ ਕਿ ਅੱਜ ਦੀ ਕਮਿਊਨੀਕੇਸ਼ਨ 'ਚ ਜੇ ਤੁਹਾਡੀ ਕੋਈ ਵੀ ਮਦਦ ਆਪਾਂ ਕਰ ਸਕਦੇ ਹੋਈਏ ਤਾਂ ਅਸੀਂ ਉਸ ਕਮਿਊਨੀਕੇਸ਼ਨ ਦੇ ਥਰੂ ਤੁਹਾਨੂੰ ਕੋਈ ਜਾਣਕਾਰੀ ਦੇ ਸਕਦੇ ਹੋਈਏ। ਥੈਂਕ ਯੂ। ਸੋ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਮੀਗ੍ਰੇਸ਼ਨ ਦੀ ਐਡਵਾਈਸ ਨਾ ਸਿਰਫ ਇੱਕ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਹੀ ਦੇ ਸਕਦੇ ਆ। ਸੋ ਇਸੇ ਕਰਕੇ ਤੁਹਾਡੇ ਸਾਹਮਣੇ ਆਏ ਨੇ ਤੇ ਤੁਹਾਡੇ ਨਾਲ ਆਪਣਾ ਜਿਵੇਂ ਐਕਸਪੀਰੀਅੰਸ, ਆਪਣੀ ਜਿੰਨੀ ਵੀ ਨੌਲੇਜ ਹੈ ਤੁਹਾਡੇ ਨਾਲ ਸ਼ੇਅਰ ਕਰਨਗੇ। ਸੋ ਜਿਵੇਂ ਕਿ ਤੁਸੀਂ ਨਾਰਮਲੀ ਕੁਐਸਚਨ ਪੁੱਛਦੇ ਰਹਿੰਦੇ ਹੋ, ਮਤਲਬ ਸਾਕਸ਼ੀ ਮੈਨੂੰ ਕਾਫੀ ਇਮੀਗ੍ਰੇਸ਼ਨ ਨਾਲ ਰਿਲੇਟਡ ਖਾਸ ਕਰਕੇ ਪਿਛਲੇ 6 ਮਹੀਨੇ ਤੋਂ 1 ਸਾਲ ਦੇ ਵਿੱਚ ਨਾ ਬਹੁਤ ਆ ਰਹੇ ਨੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਸਿੰਪਲ ਸ਼ਬਦਾਂ ਦੇ ਵਿੱਚ ਉਹਨਾਂ ਦੇ ਜਿਹੜੇ ਮੇਨ ਕੁਐਸਚਨ ਨੇ ਨਾ ਥੋੜੇ ਜਿਹੇ ਕਲੀਅਰ ਤਰੀਕੇ ਨਾਲ ਉਹਨਾਂ ਨੂੰ ਅੰਡਰਸਟੈਂਡ ਕਰ ਲੈਣ, ਖਾਸ ਕਰਕੇ ਜਿਹੜੇ ਜਿਵੇਂ ਹੁਣ ਇੰਡੀਆ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਇੱਦਾਂ ਨਾ ਉਹ ਕੰਟਰੀਜ਼ ਤੋਂ ਬਹੁਤ ਆ ਰਹੇ ਨੇ। ਸੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਕਿ ਜਿਵੇਂ ਟੂਰਿਸਟ ਜਾਂ ਵਿਜ਼ਿਟਰ ਵੀਜ਼ੇ ਤੇ ਨਾ ਕਾਫੀ ਮੈਸੇਜ ਆ ਰਹੇ ਸੀ ਕਿ ਅਸੀਂ ਆ ਰਹੇ ਹਾਂ, ਸਾਡੀ ਮਤਲਬ ਫੈਮਿਲੀ ਨਾਲ ਆ ਰਹੀ ਆ, ਤੇ ਇੱਥੇ ਆ ਕੇ ਉਹ ਕਹਿੰਦੇ ਵੀ ਜਿਵੇਂ ਜੇ ਵੀਜ਼ਾ ਕੱਲ੍ਹ ਨੂੰ ਕਨਵਰਟ ਕਰਾਉਣਾ ਪੈ ਜਾਵੇ ਵਰਕ ਪਰਮਿਟ ਦੇ ਵਿੱਚ ਜਾਂ ਇੱਦਾਂ, ਤਾਂ ਉਹਦੀਆਂ ਕੀ ਕੰਡੀਸ਼ਨਸ ਨੇ ਤੇ ਕਿਵੇਂ ਹੋ ਸਕਦਾ ਹੈ? ਹਾਂਜੀ, ਬਹੁਤ ਹੀ ਵਧੀਆ ਕੁਐਸਚਨ ਹੈ ਕਿਉਂਕਿ ਇਸ ਵਕਤ ਇਮੀਗ੍ਰੇਸ਼ਨ ਇੰਡਸਟਰੀ ਦੀ ਜਾਂ ਓਵਰਆਲ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਹੋਈ ਹੈ। ਸਪੈਸੀਫਿਕਲੀ ਜਦੋਂ ਦੇ ਨਿਊਜ਼ੀਲੈਂਡ ਦੇ ਬਾਰਡਰ ਖੁੱਲ੍ਹੇ ਨੇ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਵੀਜ਼ਾਸ ਅਪਲਾਈ ਕੀਤੇ ਨੇ ਤੇ ਬਹੁਤ ਲੋਕਾਂ ਨੂੰ ਮਿਲੇ ਵੀ ਨੇ ਵੀਜ਼ਾਸ। ਇਨੀਸ਼ੀਅਲੀ ਉਹ ਵਿਜ਼ਿਟਰ ਵੀਜ਼ਾਸ ਅਪਲਾਈ ਕਰਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇੱਥੇ ਆ ਕੇ ਆਪਣਾ ਵਰਕ ਵੀਜ਼ਾ ਕਨਵਰਟ ਕਰਾਈਏ। ਵਰਕ ਵੀਜ਼ਾ ਦਾ ਇੱਕ ਹੀ ਮੇਨ ਫਾਊਂਡੇਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਤੁਹਾਨੂੰ ਜੌਬ ਚਾਹੀਦੀ ਹੁੰਦੀ। ਜਦੋਂ ਆਪਾਂ ਵਰਕ ਵੀਜ਼ਾ ਲੈਣਾ ਤਾਂ ਵਰਕ ਵੀਜ਼ਾ ਸੈਲਫ ਐਕਸਪਲੇਨੇਟਰੀ ਵਰਡ ਹੈ ਆਪਣੇ ਆਪ 'ਚ ਕਿ ਵਰਕ। ਜੇ ਤੁਹਾਡੇ ਕੋਲ ਵਰਕ ਅਵੇਲੇਬਲ ਹੋਏਗਾ ਤਾਂ ਹੀ ਤੁਸੀਂ ਉਸ ਪ੍ਰੋਸੈਸ ਨੂੰ ਅੱਗੇ ਫਾਰਵਰਡ ਕਰ ਸਕਦੇ ਹੋ। ਤੇ ਇਹਦਾ ਮਤਲਬ ਕਿ ਤੁਹਾਨੂੰ ਇੱਕ ਇਦਾਂ ਦਾ EMPLOYER ਚਾਹੀਦਾ ਹੈ ਜਿਹੜਾ ਤੁਹਾਨੂੰ ਜੌਬ ਆਫਰ ਕਰੇ ਤੁਹਾਡੀ ਸਕਿੱਲ ਦੇ ਅਕੋਰਡਿੰਗਲੀ। ਜਿਵੇਂ ਫੋਰ ਐਗਜ਼ਾਮਪਲ ਆਪਾਂ ਕਵਾਂਗੇ ਵੀ ਕੋਈ ਟਰੱਕ ਡਰਾਈਵਰਸ ਨੇ ਤੇ ਜਾਂ ਫਿਰ ਕੋਈ ਕਾਰਪੈਂਟਰਸ ਹੋ ਗਏ, ਕੰਸਟਰਕਸ਼ਨ ਵਰਕਰਸ ਹੋ ਗਏ, ਤਾਂ ਉਹ ਸਕਿੱਲ ਦੇ ਇਕੁਇਵੈਲੈਂਟ ਹੀ ਤੁਹਾਨੂੰ ਇੱਕ ਜੌਬ ਚਾਹੀਦੀ ਹੈ ਜਿਹਦੇ ਬੇਸ ਤੇ ਤੁਸੀਂ ਆਪਣਾ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ। ਤਾਂ ਜੇ ਕਈ EMPLOYERS ਹੁੰਦੇ ਨੇ ਜਿਹੜੇ ਕਹਿ ਦਿੰਦੇ ਨੇ ਕਿ ਅਸੀਂ ਤੁਹਾਨੂੰ ਇੰਨੇ ਐਕਸਪੀਰੀਅੰਸ ਹੈਗਾ ਤਾਂ ਹੀ ਜੌਬ ਦੇ ਸਕਦੇ ਹਾਂ, ਜਾਂ ਤੁਸੀਂ 2 ਸਾਲ ਜੇ ਟਰੱਕ ਡਰਾਈਵ ਕੀਤਾ ਫਿਰ ਹੀ ਆਪਾਂ ਜੌਬ ਦੇ ਸਕਦੇ ਹਾਂ। ਤੇ ਜੇ ਫੋਰ ਐਗਜ਼ਾਮਪਲ ਤੁਸੀਂ ਉਹ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਤੇ ਅਨਫੋਰਚੂਨੇਟਲੀ ਤੁਸੀਂ ਉਹ ਵਰਕ ਵੀਜ਼ਾ ਦਾ ਪ੍ਰੋਸੈਸ ਅੱਗੇ ਨਹੀਂ ਕੰਟੀਨਿਊ ਕਰ ਸਕਦੇ। ਇੱਕ ਬਹੁਤ ਹੀ ਸਿੰਪਲ ਐਗਜ਼ਾਮਪਲ ਹੈ। ਤਾਂ ਮਕਸਦ ਹੈ ਵੀ ਬਿਨਾਂ ਜੌਬ ਤੋਂ ਵਰਕ ਵੀਜ਼ਾ ਲੈਣਾ ਇਜ਼ ਇੰਪੋਸੀਬਲ। ਸੋ ਕੋਈ ਇਦਾਂ ਦੀ ਇਮੀਗ੍ਰੇਸ਼ਨ ਦੀ ਕੰਡੀਸ਼ਨ ਤਾਂ ਨਹੀਂ ਹੁੰਦੀ ਵੀ ਜੇ ਕੋਈ ਵਿਜ਼ਟਰ ਜਾਂ ਟੂਰਿਸਟ ਵੀਜ਼ੇ ਤੇ ਆਇਆ ਉਹ ਅੱਗੇ ਜਾ ਕੇ ਕਨਵਰਟ ਨਹੀਂ ਕਰਵਾ ਸਕਦਾ? ਇਦਾਂ ਦੀ ਕੋਈ ਕੰਡੀਸ਼ਨ ਤਾਂ ਨਹੀਂ ਹੁੰਦੀ ਨਾ? ਇਦਾਂ ਦੀ ਇਮੀਗ੍ਰੇਸ਼ਨ ਇੰਡਸਟਰੀ 'ਚ ਕੋਈ ਐਸਾ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਇਹ ਕਨਵਰਟ ਕਰਵਾ ਸਕਦੇ ਹੋ ਕਿ ਇਹ ਕਨਵਰਟ ਨਹੀਂ ਕਰ ਸਕਦੇ। ਹਰ ਇੱਕ ਵੀਜ਼ਾ ਕੈਟਾਗਰੀ ਦੀ ਆਪਣੀ ਰਿਕੁਆਇਰਮੈਂਟ ਹੁੰਦੀ। ਜੇ ਆਪਾਂ ਵਰਕ ਵੀਜ਼ੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਡੇ ਮੇਨ ਚੀਜ਼ਾਂ ਇਮੀਗ੍ਰੇਸ਼ਨ ਇੰਡਸਟਰੀ 'ਚ ਕੀ ਮੈਟਰ ਕਰਦੀਆਂ ਨੇ ਕਿ ਤੁਸੀਂ ਬੋਨਾਫਾਈਡ ਹੈਗੇ ਹੋ ਕਿ ਨਹੀਂ, ਤੁਸੀਂ ਜਿਹੜੇ ਜੌਬ ਅਪਲਾਈ ਕਰ ਰਹੇ ਹੋ ਉਹਦੀ ਸਕਿੱਲ ਮੈਚ ਕਰਦੇ ਹੋ ਕਿ ਨਹੀਂ, ਤੁਹਾਡੇ ਕੋਲ ਉਸ ਰੈਲੇਵੈਂਟ ਕੁਆਲੀਫਿਕੇਸ਼ਨ ਜਾਂ ਵਰਕ ਐਕਸਪੀਰੀਅੰਸ ਜਾਂ ਤੁਹਾਡੀ ਇੰਗਲਿਸ਼ ਲੈਂਗੁਏਜ ਉਸ ਚੀਜ਼ ਨੂੰ ਮੀਟ ਕਰਦੀ ਹੈ ਕਿ ਨਹੀਂ। ਠੀਕ ਹੈ ਜੀ, ਮੈਂ ਅਗਲਾ ਐਕਚੁਅਲੀ ਸਵਾਲ ਇਹ ਪੁੱਛਣਾ ਚਾਹੁੰਦਾ ਸੀ ਜਿਹੜਾ ਕਿ ਕਾਫੀ ਕਾਮਨ ਆ। ਇੰਗਲਿਸ਼ ਦੀ ਕੀ ਰਿਕੁਆਇਰਮੈਂਟ ਆ? ਮਤਲਬ ਇੰਗਲਿਸ਼ ਵਧੀਆ ਆਉਣੀ ਚਾਹੀਦੀ ਆ ਜਾਂ ਕੋਈ ਰਿਟਨ ਦੇ ਵਿੱਚ ਜਿਵੇਂ ਆਈਲੈਟਸ ਵਗੈਰਾ ਜਾਂ ਕੁਛ ਇਦਾਂ ਦਾ ਵੀ ਚਾਹੀਦੀ ਆ? ਸਪੋਜ਼ ਕਰੋ ਐਗਜ਼ਾਮਪਲ ਦੇਈਏ ਜੇ ਟਰੱਕ ਡਰਾਈਵਿੰਗ ਦੀ ਜੌਬ ਕਰਨੀ ਹੈ ਕਿਸੇ ਨੇ, ਉਹਦੇ ਇੰਗਲਿਸ਼ ਦੀਆਂ ਕੀ ਰਿਕੁਆਇਰਮੈਂਟਸ ਨੇ ਇੱਥੇ? ਐਸ ਸੱਚ ਇਮੀਗ੍ਰੇਸ਼ਨ ਇੰਸਟਰਕਸ਼ਨਸ ਦੇ ਅਕੋਰਡਿੰਗਲੀ ਕੋਈ ਪਾਰਟਿਕੂਲਰ ਰਿਕੁਆਇਰਮੈਂਟਸ ਨਹੀਂ ਹੈ ਕਿ ਤੁਹਾਨੂੰ ਇੰਨੇ ਬੈਂਡਸ ਚਾਹੀਦੇ ਨੇ। ਉਹ ਜ਼ਿਆਦਾਤਰ ਸਟੂਡੈਂਟ ਵੀਜ਼ਾ ਦੀ ਰਿਕੁਆਇਰਮੈਂਟਸ ਹੁੰਦੀਆਂ ਨੇ। ਇਨੀਸ਼ੀਅਲ ਸਟੇਜ ਤੇ ਵਰਕ ਵੀਜ਼ਾ ਲਈ देयर इज नो ਰਿਕੁਆਇਰਮੈਂਟ। ਹਾਊਐਵਰ ਕੀ ਹੁੰਦਾ ਹੈ ਕਿ ਜੇ ਆਪਾਂ ਕਿਸੇ EMPLOYER ਨਾਲ ਜੁੜੇ ਆ ਤੇ ਜੇ ਮੰਨ ਲਓ ਹੁਣ ਤੁਸੀਂ ਕੰਪਨੀ ਚਲਾ ਰਹੇ ਹੋ ਤਾਂ ਤੁਸੀਂ ਤੁਹਾਡੇ ਕੋਲ 10 ਟਰੱਕ ਨੇ, ਤੁਸੀਂ ਟਰੱਕ ਡਰਾਈਵਰਸ ਰੱਖਣੇ ਨੇ ਤੇ ਜਿਹੜੇ ਡਰਾਈਵਰ ਨਾਲ ਤੁਸੀਂ ਕਮਿਊਨੀਕੇਟ ਕਰਨਾ ਹੈ ਅੱਗੇ ਉਹਦੇ ਵੀ ਕੁਝ ਕਮਿਊਨੀਕੇਸ਼ਨ ਲੈਵਲ ਹੋਣੇ ਚਾਹੀਦੇ ਨੇ ਕਿ ਜਿਹੜਾ ਉਹ ਆਪਣੇ ਕੰਮ ਨੂੰ ਅੰਜਾਮ ਦੇ ਸਕੇ, ਕਸਟਮਰ ਨਾਲ ਡੀਲ ਕਰਨਾ। ਜਾਂ ਤੁਸੀਂ ਜੇ ਮੰਨ ਲਓ ਵੀ ਡਿਲੀਵਰੀ ਡਰਾਈਵਰ ਹੀ ਹੈ ਤਾਂ ਜਿੱਥੇ ਡਿਲੀਵਰੀ ਚੱਕਣੀ, ਜਿੱਥੋਂ ਲੈ ਕੇ ਜਾਣੀ, ਉਸ ਬੰਦੇ ਨਾਲ ਜੇ ਕਮਿਊਨੀਕੇਟ ਕਰਨਾ ਹੈ, ਜੇ ਉਸ ਪਰਸਨ ਦੀ ਲੈਂਗੁਏਜ ਓਨਲੀ ਇੰਗਲਿਸ਼ ਹੈ ਤਾਂ ਤੁਹਾਨੂੰ ਐਟਲੀਸਟ ਕਮਿਊਨੀਕੇਟ ਕਰਨਾ ਆਉਣਾ ਚਾਹੀਦਾ। ਇਹ 'ਚ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਹੁਣ ਜਿਵੇਂ ਨਿਊ ਰੂਲਸ ਨੇ ਟਰਾਂਸਪੋਰਟ ਸੈਕਟਰ ਦੇ ਅੰਡਰ ਜਿਹੜੇ ਰੂਲਸ ਆਏ ਨੇ, ਉਹ ਟਰਾਂਸਪੋਰਟ ਸੈਕਟਰ ਕਹਿੰਦੇ ਨੇ ਵੀ ਇਮੀਗ੍ਰੇਸ਼ਨ ਨੇ ਕਿਹਾ ਕਿ ਜੇ ਤੁਸੀਂ 2 ਸਾਲ ਕਲਾਸ 4 ਜਾਂ ਕਲਾਸ 5 ਤੇ ਆਪਣਾ ਟਰੱਕ ਡਰਾਈਵ ਕਰ ਰਹੇ ਹੋ ਜਾਂ ਕਰ ਚੁੱਕੇ ਹੋ ਸੈਪਟੈਂਬਰ 2021 onwards, ਤਾਂ ਤੁਸੀਂ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਹੋ। ਅੱਛਾ, ਇਹ ਬੜੀ ਵਧੀਆ ਚੀਜ਼ ਆ। ਤਾਂ ਰੈਜ਼ੀਡੈਂਸੀ ਲਈ ਜੇ ਤੁਸੀਂ, ਕਿਉਂਕਿ ਉੱਥੇ ਟਰੱਕ ਡਰਾਈਵਰਸ ਦੀ ਲੋੜ ਹੈ, ਇੱਥੇ ਆਪਾਂ ਨੂੰ ਕੰਟਰੀ 'ਚ ਸਕਿਲਡ ਲੋਕਾਂ ਦੀ ਲੋੜ ਹੈ ਜਿਹੜੇ ਕਿ ਉਸ ਏਰੀਆ 'ਚ ਕਲਾਸ 4 ਤੇ ਕਲਾਸ 5 ਨੂੰ ਹੈਂਡਲ ਕਰ ਸਕਦੇ ਨੇ, ਲਾਇਸੈਂਸ ਹੈਗੇ ਨੇ, ਸਭ ਕੁਝ ਹੈਗਾ। ਪਰ ਉਹਦਾ ਪੁਆਇੰਟ ਕੀ ਹੈ ਵੀ ਵਨ ਆਫ ਦਾ ਰਿਕੁਆਇਰਮੈਂਟ ਇਜ਼ ਕਿ ਤੁਹਾਡੇ ਕੋਲ 6.5 ਓਵਰਆਲ ਬੈਂਡਸ ਹੋਣੇ ਚਾਹੀਦੇ ਨੇ ਰੈਜ਼ੀਡੈਂਸੀ ਅਪਲਾਈ ਕਰਨ। ਰੈਜ਼ੀਡੈਂਸੀ ਮਤਲਬ 2 ਸਾਲ ਬਾਅਦ ਜੇ ਤੁਸੀਂ ਰੈਜ਼ੀਡੈਂਸੀ ਅਪਲਾਈ ਕਰਨੀ ਤਾਂ 6.5 ਬੈਂਡ ਇਜ਼ ਅ ਮਿਨੀਮਮ ਰਿਕੁਆਇਰਮੈਂਟ ਤੇ ਉਹਦੇ ਬਗੈਰ ਤੁਸੀਂ ਰੈਜ਼ੀਡੈਂਸੀ ਅਪਲਾਈ ਹੀ ਨਹੀਂ ਕਰ ਸਕਦੇ। ਅੱਛਾ, ਇਹ ਗੱਲ ਵੱਲ ਥੋੜਾ ਧਿਆਨ ਦਿਓ ਕਿ ਜਦੋਂ ਤੁਸੀਂ ਇੱਥੇ ਆ ਕੇ 2 ਸਾਲ ਕੰਮ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ, ਬਟ ਤੁਹਾਨੂੰ 6.5 ਬੈਂਡ ਆਈਲੈਟਸ ਦੇ ਵਿੱਚ ਓਵਰਆਲ ਲਿਆਉਣੇ ਪੈਣੇ ਆ। ਸੋ ਇਹ ਚੀਜ਼ ਵੀ ਥੋੜੇ ਧਿਆਨ ਦੇਣ ਵਾਲੀ ਆ। ਅੱਛਾ ਸਾਕਸ਼ੀ, ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ ਵੀ ਇੱਕ ਬੜਾ ਕਾਮਨ ਕੁਐਸਚਨ ਆਉਂਦਾ ਵੀ ਵਿਜ਼ਿਟਰ ਵੀਜ਼ਾ ਜਿਹੜਾ ਲੈ ਕੇ ਆਉਂਦੇ ਆ ਨਾ, ਉਹ ਮਤਲਬ ਇੱਥੇ ਵੀ ਕਾਫੀ ਸੁਣਨ ਦੇ ਵਿੱਚ ਆਇਆ ਕਿ
ਜਦੋਂ ਇੱਥੇ ਪਹੁੰਚਦੇ ਆ ਨਿਊਜ਼ੀਲੈਂਡ ਦੇ ਵਿੱਚ ਮਤਲਬ ਪਲੇਨ 'ਚ ਉਤਰਦੀ ਆ, ਇੱਥੇ ਆ ਕੇ ਇਮੀਗ੍ਰੇਸ਼ਨ ਚੈੱਕ ਹੁੰਦਾ ਉਹਨਾਂ ਦਾ, ਕਈ ਇੱਥੋਂ ਮਤਲਬ ਵਾਪਸ ਵੀ ਮੋੜ ਦਿੱਤੇ ਗਏ ਨੇ, ਮਤਲਬ ਕੰਟਰੀ ਦੇ ਵਿੱਚ ਐਂਟਰੀ ਉਹ ਨਹੀਂ ਮਿਲੀ। ਕਿ ਜਿਵੇਂ ਜਦੋਂ ਆਪਾਂ ਵਿਜ਼ਟਰ ਵੀਜ਼ਾ ਲੈਂਦੇ ਆ ਕਿਸੇ ਵੀ ਕੰਟਰੀ ਦਾ, ਨਿਊਜ਼ੀਲੈਂਡ ਦੇ ਵਿੱਚ ਕਿਸੇ ਨੇ ਵਿਜ਼ਿਟਰ ਆਉਣਾ ਤਾਂ ਖਰਚੇ ਕਿੱਦਾਂ ਦੇ ਇਨਵੋਲਵ ਹੁੰਦੇ ਆ ਉਹਦੇ ਵਿੱਚ ਨਾ। ਇੱਕ ਤਾਂ ਚਲੋ ਠੀਕ ਆ, ਆਪਣੀ ਟਿਕਟ ਲੈਣੀ ਆ, ਮਾੜਾ ਮੋਟਾ ਸ਼ਾਪਿੰਗ ਕਰਨੀ ਆ, ਪ੍ਰੋਪਰ ਤੁਸੀਂ ਵਿਜ਼ਿਟ ਕਰਨਾ ਹੈ ਕੰਟਰੀ, ਹੈ ਨਾ, ਬੰਦੇ ਨੂੰ ਕਾਫੀ ਚਾਅ ਹੁੰਦਾ। ਕੁਛ ਇਸ ਤੋਂ ਇਲਾਵਾ ਵੀ ਕਈ ਕਹਿੰਦੇ ਆ ਵੀ ਹੋਰ ਵੀ ਸਾਡੇ ਖਰਚੇ ਹੋਏ ਨੇ ਜਿਨ੍ਹਾਂ ਦੀ ਕਿ ਮੇਰੇ ਖਿਆਲ ਦੇ ਵਿੱਚ ਲੋੜ ਨਹੀਂ ਹੁੰਦੀ ਉਹ ਖਰਚਾ ਕਰਨ ਦੀ। ਤੁਸੀਂ ਪਲੀਜ਼ ਮਾੜਾ ਜਿਹਾ ਇਹ 2 ਚੀਜ਼ਾਂ ਬਾਰੇ ਚਾਨਣਾ ਪਾਓਗੇ? ਹਾਂਜੀ ਜ਼ਰੂਰ। ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੀ ਹਾਂ। ਹਾਂਜੀ। ਦੋਵੇਂ ਐਕਸਪੀਰੀਅੰਸ ਅਸੀਂ ਸ਼ੇਅਰ ਕਰ ਸਕਦੇ ਹਾਂ ਕਿ ਜਦੋਂ ਅਸੀਂ ਕਿਸੇ ਕੰਟਰੀ 'ਚ ਟਰੈਵਲ ਕਰਨਾ ਹੈ ਜਾਂ ਕੀਤਾ ਪਹਿਲਾਂ, ਤਾਂ ਜ਼ਿਆਦਾਤਰ ਖਰਚੇ ਆਪਾਂ ਕੰਸੀਡਰ ਕਰਦੇ ਹਾਂ ਕਿ ਪਹਿਲੀ ਗੱਲ ਜੇ ਆਪਾਂ ਕਿਸੇ ਕੰਟਰੀ ਦਾ ਵੀਜ਼ਾ ਲੈਣਾ ਤਾਂ ਉਸ ਕੰਟਰੀ ਦੀ ਇਮੀਗ੍ਰੇਸ਼ਨ ਫੀਸ ਮੇਨ ਖਰਚਾ ਜਿਹੜਾ ਕਿ ਗਵਰਨਮੈਂਟ ਫੀਸਿਸ ਹੁੰਦੀਆਂ ਨੇ ਉਹ ਤਾਂ ਆਪਾਂ ਭਰਦੇ ਹਾਂ। ਤੇ ਜੇ ਤੁਸੀਂ ਖੁਦ ਨੂੰ ਇੰਨਾ ਕੈਪੇਬਲ ਨਹੀਂ ਸਮਝਦੇ ਜਾਂ ਅਨਫੋਰਚੂਨੇਟਲੀ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੈ ਤੇ ਤੁਸੀਂ ਸਮਝਦੇ ਹੋ ਵੀ ਚਲੋ ਤੁਸੀਂ ਐਕਸਪਰਟ ਐਡਵਾਈਸ ਲੈਣੀ ਹੈ ਵੀ ਜਿਨ੍ਹਾਂ ਕੋਲ ਲੀਗਲ ਲਾਇਸੈਂਸ ਨੇ, ਜਿਵੇਂ ਹੁਣ ਐਜ਼ ਐਨ ਐਡਵਾਈਜ਼ਰ ਮੈਂ ਤੁਹਾਨੂੰ ਸਪੋਰਟ ਕਰ ਸਕਦੀ ਹਾਂ, ਕੋਈ ਵੀ ਜਿਨ੍ਹਾਂ ਦੇ ਕੋਲ ਲਾਇਸੈਂਸ ਹੁੰਦੇ ਨੇ ਤੇ ਉਹ ਤੁਹਾਡੇ ਬਿਹਾਫ ਤੇ ਵੀਜ਼ਾ ਲਾਂਚ ਕਰ ਸਕਦੇ ਨੇ ਇਮੀਗ੍ਰੇਸ਼ਨ 'ਚ, ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਨੇ। ਉਹਨਾਂ ਦੀ ਸਰਵਿਸ ਫੀਸ ਹੁੰਦੀ, ਪ੍ਰੋਫੈਸ਼ਨਲ ਫੀਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਟਾਈਮ ਲਾਇਆ ਤੇ ਉਸ ਟਾਈਮ ਦਾ ਜੋ ਉਹਨਾਂ ਨੂੰ ਸਰਵਿਸ ਫੀਸ ਉਹਨਾਂ ਦੀ ਹੈਗੀ ਹੈ ਤੇ ਉਹ ਤੁਹਾਨੂੰ ਪੇ ਕਰਨੀ ਪੈਂਦੀ। ਤਾਂ ਓਵਰਆਲ ਦੇਖਿਆ ਜਾਵੇ ਤਾਂ ਇਟਸ ਅ ਰੀਜ਼ਨੇਬਲ ਐਕਸਪੈਂਸ ਵੀ। ਇਦਾਂ ਨਹੀਂ ਆਪਾਂ ਕਹਿ ਸਕਦੇ ਕਿ ਇਹ 'ਚ ਬਹੁਤ ਜ਼ਿਆਦਾ ਹੈਫਟੀ ਅਮਾਊਂਟ ਤੁਹਾਨੂੰ ਖਰਚਣੀ ਪੈਂਦੀ ਹੈ ਵੀ ਬਹੁਤ ਭਾਰੀ ਖਰਚਾ ਹੈ ਵੀ ਤੁਸੀਂ ਕਿਸੇ ਕੰਟਰੀ 'ਚ ਵਿਜ਼ਿਟਰ ਵੀਜ਼ੇ ਤੇ ਜਾਣਾ ਹੈ। ਵਿਜ਼ਿਟਰ ਵੀਜ਼ਾ ਕਿਸੇ ਵੀ ਕੰਟਰੀ 'ਚ ਲੈਣ ਲਈ 2 ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਕਿ ਤੁਸੀਂ ਜਿਹੜੀ ਕੰਟਰੀ 'ਚ ਵਿਜ਼ਿਟ ਕਰ ਰਹੇ ਹੋ ਉਸ ਇਮੀਗ੍ਰੇਸ਼ਨ ਨੂੰ ਤੁਸੀਂ ਇਹ ਦੱਸਣਾ ਹੈ ਕਿ ਤੁਸੀਂ ਆਪਣੇ ਕੰਟਰੀ ਵਾਪਸ ਜਾਣ ਦੇ ਕਾਬਿਲ ਹੈਗੇ ਹੋ। ਠੀਕ। ਜਿਹਦਾ ਕਿ ਮਤਲਬ ਜੇ ਆਪਾਂ ਇੰਗਲਿਸ਼ 'ਚ ਜਿਹੜਾ ਵਰਡ ਹੈ ਬੋਨਾਫਾਈਡ, ਉਹਦਾ ਜੇ ਆਪਾਂ ਪੰਜਾਬੀ 'ਚ ਮਤਲਬ ਕੱਢੀਏ ਕਿ ਤੁਸੀਂ ਕਿੰਨੇ ਕੁ ਕੈਪੇਬਲ ਹੋ ਜਾਂ ਤੁਹਾਡੀ ਆਪਣੇ ਹੋਮ ਕੰਟਰੀ 'ਚ ਜਿੱਥੋਂ ਵੀ ਤੁਸੀਂ ਟਰੈਵਲ ਕਰ ਰਹੇ ਹੋ ਉੱਥੇ ਤੁਹਾਡੀ ਕਮਿਟਮੈਂਟਸ ਕੀ ਨੇ। ਇੱਕ ਤਾਂ ਹੋ ਗਿਆ ਤੁਹਾਡੀ ਫੈਮਿਲੀ ਕਮਿਟਮੈਂਟ ਜਿਹੜੀ ਕਿ ਸਭ ਤੋਂ ਉੱਤੇ ਆਉਂਦੀਆਂ ਨੇ ਕਿਸੇ ਵੀ ਇਨਸਾਨ ਲਈ, ਕਿ ਤੁਹਾਡੇ ਪੇਰੈਂਟਸ ਨੇ, ਤੁਹਾਡੀ ਫੈਮਿਲੀ, ਤੁਹਾਡੇ ਹਸਬੈਂਡ, ਵਾਈਫ, ਬੱਚੇ, ਕੁਝ ਵੀ ਸਿਬਲਿੰਗਸ ਕਹਿ ਸਕਦੇ ਹਾਂ ਜੇ ਤੁਹਾਡੇ ਨਾਲ ਰਹਿੰਦੇ ਨੇ, ਬਈ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆ ਰਹੇ ਹੋ ਪਰ ਤੁਸੀਂ ਵਾਪਸ ਜਾਣਾ ਹੀ ਜਾਣਾ। ਸੈਕੰਡ ਆਪਸ਼ਨ ਹੁੰਦੀ ਕਿ ਤੁਸੀਂ ਏਮਪਲੋਇਮੈਂਟ ਕਮਿਟਮੈਂਟਸ ਹੁੰਦੀਆਂ ਨੇ, ਫਾਈਨੈਂਸ਼ੀਅਲ ਕਮਿਟਮੈਂਟਸ ਹੁੰਦੀਆਂ ਨੇ ਕਿ ਤੁਸੀਂ ਬਿਜ਼ਨਸ ਚਲਾਉਂਦੇ ਹੋ, ਤੁਹਾਡੇ ਬਗੈਰ ਤੁਹਾਡਾ ਬਿਜ਼ਨਸ ਨਹੀਂ ਚੱਲ ਸਕਦਾ, ਤੁਸੀਂ ਉੱਦਾਂ ਛੁੱਟੀ ਤੇ ਆ ਗਏ ਹੋ, ਆਬਵੀਅਸਲੀ ਤੁਹਾਡੇ ਪਿੱਛੇ ਜੇ EMPLOYEES ਵੀ ਹੈਗੇ ਨੇ ਤਾਂ ਉਹਨਾਂ ਨੂੰ ਲੁੱਕ ਆਫਟਰ ਕਰਨਾ, ਉਹਨਾਂ ਨੂੰ ਸਾਰਾ ਮੈਨੇਜ ਕਰਨਾ। ਜਾਂ ਤੁਹਾਡੇ ਜੇ ਤੁਸੀਂ ਖੁਦ ਜੌਬ ਕਰਦੇ ਹੋ ਤਾਂ ਤੁਸੀਂ ਜੌਬ ਤੋਂ ਛੁੱਟੀ ਲੈ ਕੇ ਆ ਰਹੇ ਹੋ, EMPLOYMENT ਤੁਹਾਡੀ ਜਿਵੇਂ ਕਹਿ ਲਓ ਵੀ ਇੱਕ ਤਰ੍ਹਾਂ ਦੀ ਬਹੁਤ ਹੀ ਗੁੱਡ EMPLOYMENT ਹੈ, ਤੁਸੀਂ ਉਹਨੂੰ ਛੱਡੋਗੇ ਤਾਂ ਤੁਹਾਡਾ ਹੀ ਨੁਕਸਾਨ ਹੈ। ਇਦਾਂ ਦੀਆਂ ਚੀਜ਼ਾਂ ਕੰਸੀਡਰ ਕੀਤੀਆਂ ਜਾਂਦੀਆਂ ਨੇ। ਕਈ ਜਿਵੇਂ ਹੁਣ ਆਪਾਂ ਵਿਜ਼ਿਟਰ ਵੀਜ਼ਾਸ ਤੇ ਟਰੈਵਲ ਕਰ ਰਹੇ ਹਾਂ ਤੇ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਅੱਗੇ ਜਾਣਾ ਕਿੱਥੇ। ਹਾਂਜੀ। ਜੇ ਆਪਾਂ ਕਿਸੇ ਫੈਮਿਲੀ ਕੋਲ ਵੀ ਜਾਣਾ ਹੈ ਤਾਂ ਸਾਡੇ ਕੋਲ ਟੈਕਨੀਕਲੀ ਉਹਨਾਂ ਦੇ ਐਡਰੈਸਸ ਨਹੀਂ ਹੈ। ਉਹਦੇ ਰੀਜ਼ਨਸ ਨੇ, ਕਈ ਕਹਿ ਦਿੰਦੇ ਨੇ ਵੀ ਜੇ ਅਸੀਂ ਫਾਈਲ ਖੁਦ ਨਹੀਂ ਲਗਾਈ, ਹਾਂਜੀ, ਸਾਡੀ ਫਾਈਲ ਏਜੰਟ ਨੇ ਲਗਾਈ ਜਾਂ ਕਿਸੇ ਹੋਰ ਨੇ ਲੌਂਚ ਕੀਤੀ ਤੇ ਉਹਨਾਂ ਨੇ ਜਿਵੇਂ ਜਿਵੇਂ ਸਾਨੂੰ ਕਿਹਾ ਤੇ ਅਸੀਂ ਉਦਾਂ ਕੀਤਾ। ਸਟਿਲ ਆਪਾਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਆਪਾਂ ਕਿਤੇ ਘੁੰਮਣ ਚੱਲੇ ਆ, ਆਪਾਂ ਕੀ ਦੇਖਣਾ, ਹਾਂਜੀ, ਕਿਹਨੂੰ ਮਿਲਣਾ, ਕੀ ਸਭ ਕੁਝ ਆਪਣੀ ਜਾਣਕਾਰੀ 'ਚ ਹੋਣਾ ਚਾਹੀਦਾ ਹੈ। ਤੇ ਜੇ ਆਪਾਂ ਇੱਕ ਪ੍ਰੋਪਰ ਪਲੈਨਿੰਗ ਦੇ ਨਾਲ ਚੱਲਦੇ ਹਾਂ, ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਜੇ ਤੁਸੀਂ ਪ੍ਰੋਪਰਲੀ ਲੌਂਚ ਕਰ ਰਹੇ ਹੋ ਤਾਂ ਤੁਸੀਂ ਜਿਵੇਂ ਹੁਣ ਆਪਾਂ ਕਿਵੇਂ ਕੰਮ ਕਰਦੇ ਹਾਂ ਵੀ ਜੇ ਅਸੀਂ ਕਲਾਇੰਟ ਦਾ ਵੀਜ਼ਾ ਲੌਂਚ ਕਰ ਰਹੇ ਹਾਂ, ਅਸੀਂ ਵਿਜ਼ਿਟਰ ਵੀਜ਼ਾ ਹੀ ਐਗਜ਼ਾਮਪਲ ਲਈਏ ਤਾਂ ਅਸੀਂ ਪਹਿਲੇ ਜਦੋਂ ਫਾਈਲ ਰੈਡੀ ਕਰਦੇ ਹਾਂ ਇੱਕ ਐਪਲੀਕੇਸ਼ਨ ਫਾਰਮ ਜਿਹੜਾ ਆਨਲਾਈਨ ਇਮੀਗ੍ਰੇਸ਼ਨ ਦਾ ਸਬਮਿਟ ਕਰਨ ਤੋਂ ਪਹਿਲਾਂ ਅਸੀਂ ਕਲਾਇੰਟ ਨੂੰ ਸ਼ੇਅਰ ਕਰਦੇ ਹਾਂ। ਠੀਕ ਹੈ। ਉਹ ਸ਼ੇਅਰ ਜਦੋਂ ਆਪਾਂ ਕਰਦੇ ਇੱਕ ਪੂਰਾ ਫਾਰਮ ਹੈ ਬਕਾਇਦਾ, ਉੱਤੇ ਹਰ ਇੱਕ ਕੁਐਸਚਨ ਉੱਤੇ ਜੋ ਵੀ ਕੁਐਸਚਨ 'ਚ ਅਸੀਂ ਯੈਸ ਕੀਤਾ ਹੈ, ਨੋ ਕੀਤਾ ਹੈ, ਐਡਰੈਸਸ ਭਰੇ ਨੇ, ਫੋਨ ਨੰਬਰਸ ਭਰੇ ਨੇ, ਆਪਣੀਆਂ ਡਿਟੇਲਸ ਭਰੀਆਂ ਨੇ ਜਾਂ ਕਲਾਇੰਟ ਦਾ ਜੋ ਵੀ ਇਨਫੋਰਮੇਸ਼ਨ ਅਸੀਂ ਸ਼ੇਅਰ ਕੀਤੀ ਹੈ ਉਹ ਇੱਕ ਐਪਲੀਕੇਸ਼ਨ ਫਾਰਮ ਅਸੀਂ ਕਲਾਇੰਟ ਨੂੰ ਸ਼ੇਅਰ ਕਰਦੇ ਹਾਂ ਕਿ ਤੁਸੀਂ ਇਹਨੂੰ ਪੜ੍ਹੋ, ਸਾਨੂੰ ਦੱਸੋ ਵੀ ਇਹ ਸਹੀ ਹੈ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਕਲਾਇੰਟਸ ਨੂੰ ਪਤਾ ਹੋਵੇ ਕਿ ਅਸੀਂ ਉਹਨਾਂ ਦੇ ਫੈਮਿਲੀ ਦੇ ਇਨਫੋਰਮੇਸ਼ਨ ਜਾਂ ਅਸੀਂ ਜੋ ਵੀ ਐਪਲੀਕੇਸ਼ਨ 'ਚ ਲਗਾ ਰਹੇ ਹਾਂ ਵੀ ਉਹ ਸਹੀ ਹੈ। ਉਹਦੇ ਨਾਲ 2 ਫਾਇਦੇ ਨੇ। ਇੱਕ ਤਾਂ ਸਾਡੇ ਕੋਡ ਆਫ ਕੰਡਕਟ ਐਜ਼ ਐਨ ਐਡਵਾਈਜ਼ਰ ਇਜ਼ ਇੰਪੋਰਟੈਂਟ ਕਿ ਅਸੀਂ ਆਪਣੇ ਕਲਾਇੰਟ ਨੂੰ ਅਵੇਅਰ ਕਰੀਏ, ਉਹ ਚੀਜ਼ ਨੂੰ ਵੀ ਫੁਲਫਿਲ ਕਰਨਾ ਜ਼ਰੂਰੀ ਹੈ ਐਜ਼ ਅ ਲਾਇਸੈਂਸ ਐਡਵਾਈਜ਼ਰ। ਸੈਕੰਡ ਪੁਆਇੰਟ ਕਿ ਕਲਾਇੰਟ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਅਸੀਂ ਜੋ ਕੰਮ ਕਰ ਰਹੇ ਹਾਂ ਵੀ ਉਹ ਸਹੀ ਹੈ, ਗਲਤ ਹੈ ਜਾਂ ਕੁਝ ਉਹਦੇ 'ਚ ਥੋੜ੍ਹੀਆਂ ਬਹੁਤ ਗਲਤੀਆਂ ਨੇ ਜਾਂ ਕੁਝ ਵੀ ਜੇ ਚੇਂਜਸ ਨੇ ਤੇ ਅਸੀਂ ਦੱਸ ਦਈਏ ਉਹਨਾਂ ਨੂੰ ਵੀ ਸਾਡਾ ਇਹ ਸਿਚੁਏਸ਼ਨ ਹੈ। ਤਾਂ ਇਹ ਬਹੁਤ ਵੱਡਾ ਰੀਜ਼ਨ ਹੈ ਵੀ ਜਦੋਂ ਅਸੀਂ ਕਸਟਮ ਆਫਿਸਰ ਦੇ ਸਾਹਮਣੇ ਜਾਂਦੇ ਹਾਂ ਤੇ ਜੇ ਸਾਨੂੰ ਪੁੱਛ ਲੈਂਦੇ ਨੇ ਵੀ ਤੁਸੀਂ ਇੱਥੇ ਕੀ ਕਰਨ ਆਏ ਹੋ ਤੇ ਸਾਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਇੱਥੇ ਕੀ ਕਰਨ ਆਏ ਹਾਂ ਤਾਂ ਆਟੋਮੈਟਿਕਲੀ ਤੁਹਾਡੀ ਕਸਟਮ ਤੋਂ ਕਲੀਅਰੈਂਸ ਨਹੀਂ ਹੋਣੀ। ਇਹਨੂੰ ਕਹਿੰਦੇ ਆਪਾਂ ਕਿ ਰਿਫਿਊਜ਼ਡ ਐਂਟਰੀ। ਬਾਰਡਰ ਦੇ ਉੱਤੇ ਜਦੋਂ ਰਿਫਿਊਜ਼ਡ ਐਂਟਰੀ ਹੁੰਦੀ ਹੈ ਤੇ ਉਨੀ ਹੀ ਇਕੁਇਵਲੈਂਟ ਹੁੰਦੀ ਹੈ ਕਿ ਜਿੰਨੀ ਕਿ ਇੱਕ ਡਿਕਲਾਈਨ ਲੈਟਰ ਇਕੁਇਵਲੈਂਟ। ਅੱਛਾ, ਸੋ ਬੜੀਆਂ ਬਹੁਤ ਹੀ ਸੋਹਣੀਆਂ ਤੁਸੀਂ ਸੁਲਝੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਗੱਲਾਂ ਸਮਝਾਈਆਂ ਨੇ। ਸੋ ਇਹ ਛੋਟੀਆਂ ਗੱਲਾਂ ਇਹ ਦੇਖੋ, ਜਿਹੜਾ ਤੁਸੀਂ ਡਾਕੂਮੈਂਟ ਸਾਈਨ ਕਰਦੇ ਹੋ ਨਾ ਕੋਈ ਵੀ ਵੀਜ਼ਾ ਅਪਲਾਈ ਕਰਨ ਲੱਗੇ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਹੜੀ ਚੀਜ਼ ਤੇ ਸਾਈਨ ਕੀਤੇ ਆ, ਕੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ। ਤੁਹਾਡੀ ਇਨਫੋਰਮੇਸ਼ਨ ਤੁਹਾਡੇ ਪਹੁੰਚਣ ਤੋਂ ਪਹਿਲਾਂ ਇੱਥੇ ਸਾਰਿਆਂ ਕੋਲ ਕਸਟਮ ਕੋ ਪਹੁੰਚੀ ਹੁੰਦੀ ਆ, ਸੋ ਉਹਦੇ ਬਿਹਾਫ ਤੇ ਤੁਹਾਡੇ ਨਾਲ ਤੋਂ ਮਤਲਬ ਸਾਰੀ ਪੁੱਛਗਿੱਛ ਹੁੰਦੀ ਆ ਨਾ। ਅੱਛਾ, ਇੱਕ ਜਿਹੜਾ ਕਿ ਤੁਸੀਂ ਬਹੁਤ ਹੀ ਕਾਮਨ ਕੁਐਸਚਨ ਪੁੱਛਦੇ ਹੋ ਵੀ ਜਿਵੇਂ ਮਤਲਬ ਸਪੋਜ਼ ਕਰੋ ਕੋਈ ਵਿਜ਼ਿਟਰ ਵੀਜ਼ੇ ਤੇ ਆਇਆ, ਉਹਨੂੰ ਇੱਥੇ ਵਧੀਆ ਲੱਗਿਆ, ਇੱਥੇ ਤਾਂ ਰਹਿਣੀ ਬਹਿਣੀ ਜਾਂ ਕੰਮ ਕਰਨ ਦਾ ਸਾਰਾ ਕੁਛ ਹੈ ਨਾ, ਤਾਂ ਬੰਦਾ ਸੋਚ ਲੈਂਦਾ ਕਿ ਚਲੋ ਠੀਕ ਆ ਜੀ, ਮੈਂ ਇੱਥੇ ਕੰਮ ਕਰਨਾ ਚਾਹੁੰਦਾ, ਮੈਂ ਅੱਗੇ ਕਨਵਰਟ ਕਰਨਾ ਆਪਣਾ ਵੀਜ਼ਾ
ਵਰਕ ਵੀਜ਼ੇ ਦੇ ਵਿੱਚ ਜਾਂ ਕਿਸੇ ਵੀ ਮਤਲਬ ਕੰਮ ਕਰਨ ਲਈ, ਸੋ ਉਹਦੀਆਂ ਕੀ ਰਿਕੁਆਇਰਮੈਂਟਸ ਨੇ ਤੇ ਕਿੰਨਾ ਹਾਰਡ ਜਾਂ ਈਜ਼ੀ ਆ ਇਹ ਕਨਵਰਟ ਕਰਨਾ ਆਪਣਾ ਵੀਜ਼ਾ ਵਿਜ਼ਟਰ ਤੋਂ ਵਰਕ ਵੀਜ਼ੇ ਵਾਸਤੇ? ਵੈਰੀ ਗੁੱਡ ਕੁਐਸਚਨ ਐਕਚੁਅਲੀ। ਸਾਡੇ ਕੋਲ ਕਾਫੀ ਕਲਾਇੰਟਸ ਹੁੰਦੇ ਨੇ ਜਿਹੜੇ ਕਿ ਵਿਜ਼ਿਟਰ ਵੀਜ਼ਾਸ ਤੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਨੂੰ ਇਧਰ ਜਾਂ ਤਾਂ ਤੁਸੀਂ ਹੈਲਪ ਕਰ ਦਿਓ, ਕੋਈ ਜੌਬ ਸਾਨੂੰ ਦੱਸ ਦਿਓ ਜੇ ਮਿਲਦੀ ਹੈ, ਜਾਂ ਫਿਰ ਖੁਦ ਆਪਣੇ ਲੈਵਲ ਤੇ ਵੀ ਉਹ ਜੌਬ ਲੱਭ ਲੈਂਦੇ ਨੇ ਤੇ ਉਹਦੇ ਬੇਸਿਸ ਤੇ ਫਿਰ ਅਸੀਂ ਉਹਨਾਂ ਦਾ ਵਰਕ ਵੀਜ਼ਾ, ਜਿਹੜਾ ਕਿ ਇੱਕ ਵਰਕ ਵੀਜ਼ਾ ਦਾ ਕੈਟੇਗਰੀ ਦਾ ਨਾਮ ਹੈ ਅਕ੍ਰੈਡਿਟਡ EMPLOYER ਵਰਕ ਵੀਜ਼ਾ। ਓਕੇ। ਤਾਂ ਅਕ੍ਰੈਡਿਟਡ EMPLOYER ਵਰਕ ਵੀਜ਼ਾ ਇਜ਼ ਨਾਟ ਅ ਸਿੰਗਲ ਪਾਥਵੇ ਕਿ ਤੁਸੀਂ ਜੌਬ ਲੈ ਲਿੱਤੀ ਤੇ ਤੁਹਾਨੂੰ ਆਪਾਂ ਅੱਗੇ ਵੀਜ਼ਾ ਐਪਲੀਕੇਸ਼ਨ ਲਾਂਚ ਕਰ ਦਿੱਤੀ। ਇਟਸ ਅ 3 ਸਟੈਪ ਪ੍ਰੋਸੈਸ। ਠੀਕ ਹੈ। ਤਾਂ ਇੱਥੇ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਆਪਾਂ ਵਿਜ਼ਿਟਰ ਵੀਜ਼ਾਸ ਤੇ ਆਉਂਦੇ ਹਾਂ ਤਾਂ ਵਿਜ਼ਿਟਰ ਵੀਜ਼ਾ ਦੀ ਜਿਹੜੀ ਟਾਈਮਲਾਈਨ ਹੈ ਉਹ ਹਰ ਇੱਕ ਕਲਾਇੰਟ ਦੀ ਅਲੱਗ ਹੈ। ਕਿਸੇ ਨੂੰ ਤੁਸੀਂ 2 ਮਹੀਨੇ ਦੀ ਐਂਟਰੀ ਮਿਲੀ ਹੈ, ਕਿਸੇ ਨੂੰ 1 ਮਹੀਨੇ ਦੀ, ਕਿਸੇ ਨੂੰ 6 ਮੰਥਸ ਦੀ। ਤਾਂ ਉਸ ਐਂਟਰੀ ਟਰੈਵਲ ਕੰਡੀਸ਼ਨਸ ਦੇ ਦਰਮਿਆਨ ਹੀ ਤੁਸੀਂ ਆਪਣਾ ਨੈਕਸਟ, ਜੇ ਤੁਹਾਡਾ ਪਲਾਨ ਹੈ ਕਿ ਤੁਸੀਂ ਵਰਕ ਵੀਜ਼ਾ ਅਪਲਾਈ ਕਰਨਾ ਹੈ, ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਜੌਬ ਲੈਣੀ ਹੈ, ਤਾਂ ਉਸ ਟਾਈਮ ਦੇ ਦਰਮਿਆਨ ਹੀ ਤੁਸੀਂ ਉਸ ਚੀਜ਼ ਨੂੰ ਅੰਜਾਮ ਦੇ ਸਕਦੇ ਹੋ। ਤਾਂ ਹੁਣ ਜਿਵੇਂ ਮੈਂ ਕਿਹਾ ਵੀ ਇਹ ਪ੍ਰੋਸੈਸ ਹੈ ਵਰਕ ਵੀਜ਼ਾ ਦਾ, ਦੈਟ ਮੀਨਸ ਕਿ ਜਿਹੜਾ EMPLOYER, ਜੇ ਤੁਸੀਂ ਜੌਬ ਲੈਣੀ, ਓਬਵੀਅਸਲੀ ਤੁਹਾਨੂੰ ਫਸਟ ਥਿੰਗ ਯੂ ਨੀਡ ਟੂ ਹੈਵ ਐਨ EMPLOYER। ਕਿ ਜਿਹੜਾ EMPLOYER ਤੁਹਾਨੂੰ ਜੌਬ ਦੇ ਸਕਦਾ ਹੈ, ਜਿਹਦਾ ਆਪਣਾ ਕੰਮ ਹੈ ਜਾਂ ਜਿਹੜੇ ਕੋਲ ਜੌਬ ਅਵੇਲੇਬਲ ਹੈ, ਵੈਕੈਂਸੀ ਹੈ ਜਿਹਦੇ ਕੋਲ ਤੁਹਾਡੇ ਸਕਿੱਲ ਦੇ ਅਕੋਰਡਿੰਗਲੀ। ਠੀਕ ਹੈ। ਤਾਂ ਹੁਣ ਜੇ ਮੰਨ ਲਓ EMPLOYER ਇੱਦਾਂ ਨਹੀਂ ਹੈ ਕਿ ਜਿਹਦੇ ਕੋਲ ਵੈਕੈਂਸੀ ਹੈ ਕਿ ਉਹ ਸਟ੍ਰੇਟ ਅਵੇ ਤੁਹਾਨੂੰ EMPLOYMENT ਐਗਰੀਮੈਂਟ ਦੇ ਦੇਗਾ ਤੇ ਆਪਾਂ ਵੀਜ਼ਾ ਅਪਲਾਈ ਕਰ ਸਕਦੇ ਹਾਂ, ਉਹ ਵੀ ਪੋਸੀਬਲ ਨਹੀਂ ਹੈ। ਬਿਕਾਜ਼ ਹੁਣ ਸਟੈਪ ਕੀ ਹੈ ਕਿ ਪਹਿਲਾਂ ਅਕ੍ਰੈਡੀਟੇਸ਼ਨ ਹੋਣੀ ਚਾਹੀਦੀ EMPLOYER ਕੋਲ। EMPLOYER ਜਦੋਂ ਤੱਕ ਇਮੀਗ੍ਰੇਸ਼ਨ ਰੂਲਸ ਦੇ ਅਕੋਰਡਿੰਗਲੀ ਅਕ੍ਰੈਡੀਟਡ ਨਹੀਂ ਹੈਗਾ ਤਾਂ ਉਹ ਕਿਸੇ ਵੀ ਮਾਈਗ੍ਰੈਂਟ ਵਰਕਰ ਨੂੰ ਜੌਬ ਆਫਰ ਨਹੀਂ ਦੇ ਸਕਦਾ। ਅੱਛਾ। ਵਿਚ ਇਜ਼ ਅ ਸਟੈਪ 1। ਤਾਂ ਉਹ ਵੀ ਇੱਕ 10 ਵਰਕਿੰਗ ਡੇਜ਼ ਦਾ ਪ੍ਰੋਸੈਸ ਹੈ ਕਿ ਜੇ EMPLOYER ਅਕ੍ਰੈਡੀਟਡ ਨਹੀਂ ਹੈ ਤਾਂ ਦੈਨ ਫਸਟ ਥਿੰਗ ਕਿ ਉਹਨਾਂ ਨੂੰ ਅਕ੍ਰੈਡੀਟੇਸ਼ਨ ਲੈਣੀ ਪੈਣੀ। ਤਾਂ ਹੁਣ ਜੇ ਆਪਾਂ ਮਿਨੀਮਮ ਕੈਟੇਗਰੀ ਵੀ ਲੈ ਕੇ ਚੱਲੀਏ ਵੀ ਕਿਸੇ ਦੀ ਐਂਟਰੀ 1 ਮੰਥ ਦੀ ਹੈ ਫॉर ਐਗਜ਼ਾਮਪਲ, ਤਾਂ ਉਹ ਜੇ 10 ਦਿਨ ਆਪਾਂ ਕਹੀਏ ਕਿ ਆਉਂਦਿਆਂ ਸਾਰ, ਤਾਂ ਅਨਲੈਸ ਕਿ ਯੂ ਹੈਵ ਸਮ ਕਨੈਕਸ਼ਨ, ਤੇ ਆਲਰੇਡੀ ਤੁਹਾਡੇ ਕੋਲ ਕਨੈਕਸ਼ਨ ਹੈਗੇ ਤੇ ਤੁਹਾਡੇ ਕੋਲ ਜੌਬ ਆਫਰ ਜਾਂ EMPLOYER ਦੀ ਨੌਲੇਜ ਹੈਗੀ ਹੈ ਤੇ ਤੁਸੀਂ ਸਟ੍ਰੇਟ ਅਵੇ ਜਾਂਦੇ ਹੋ ਐਂਡ ਦੈਨ ਯੂ ਡੂ ਦ ਪ੍ਰੋਸੈਸ। ਬਹੁਤ ਹੀ ਜਿਵੇਂ ਟਾਈਮ ਫਰੇਮ, ਟਾਈਟ ਟਾਈਮ ਫਰੇਮ ਦੇ ਅੰਦਰ ਤੁਸੀਂ ਕੰਮ ਕਰਦੇ ਹੋ। ਤੇ ਜੇ ਨਹੀਂ ਹੈਗਾ ਤਾਂ ਯੂ ਨੀਡ ਸਮ ਟਾਈਮ ਕਿ ਤੁਸੀਂ ਜੌਬ ਲੱਭੋ, ਉਸ ਚੀਜ਼ ਨੂੰ ਤੁਸੀਂ ਅੰਜਾਮ ਦੇਣ ਲਈ ਅੱਗੇ ਵਧੋ। ਤਾਂ ਫਸਟ 10 ਵਰਕਿੰਗ ਡੇਜ਼ ਮਿਨੀਮਮ ਆਪਾਂ ਲੈ ਕੇ ਚੱਲ ਰਹੇ ਹਾਂ, ਜੋ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਆਪਾਂ ਕਹਿ ਦਿੰਦੇ ਹਾਂ ਵੀ ਟਾਈਮ ਫਰੇਮ ਨੇ, ਉਹ ਵੱਧ ਵੀ ਹੋ ਸਕਦੇ ਨੇ, ਘੱਟ ਵੀ ਹੋ ਸਕਦੇ ਨੇ ਟਾਈਮ ਫਰੇਮ ਰਿਸੋਰਸਿਸ ਤੇ। ਤਾਂ 10 ਦਿਨ ਉਹਨੂੰ ਲੱਗੇ ਅਕ੍ਰੈਡੀਟੇਸ਼ਨ। ਫਿਰ ਜੌਬ ਟੋਕਨ ਨੰਬਰ ਚਾਹੀਦਾ ਹੁੰਦਾ। ਹਾਂਜੀ। ਜੌਬ ਟੋਕਨ ਨੂੰ ਆਪਾਂ ਕਹਿੰਦੇ ਹਾਂ ਜੌਬ ਚੈੱਕ ਐਪਲੀਕੇਸ਼ਨ ਲਾਂਚ ਕਰਨੀ ਆ ਆਪਾਂ ਇਮੀਗ੍ਰੇਸ਼ਨ 'ਚ। ਉਹ ਸਟੈਪ 2 ਹੈ। ਉਹ EMPLOYER ਵੱਲੋਂ ਹੋਣਾ ਕੰਮ। ਅੱਛਾ ਜੀ। ਜੇ EMPLOYER ਨੇ ਕਿਸੇ ਨੂੰ ਰੱਖਣਾ ਹੈ ਤਾਂ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਤੁਸੀਂ ਪਹਿਲਾਂ ਲੇਬਰ ਮਾਰਕੀਟ ਟੈਸਟ ਕਰੋ, ਵਿਚ ਮੀਨਸ ਕਿ ਤੁਸੀਂ ਨਿਊਜ਼ੀਲੈਂਡ 'ਚ ਚੈੱਕ ਕਰੋ ਕਿ ਤੁਹਾਡੇ ਕੋਲ ਉਹ ਸਕਿੱਲ ਨੂੰ ਮੀਟ ਕਰਨ ਲਈ ਜਾਂ ਉਹ ਸਕਿੱਲ ਨੂੰ ਫੁੱਲਫਿਲ ਕਰਨ ਲਈ, ਵੈਕੈਂਸੀ ਫੁੱਲ ਕਰਨ ਲਈ ਤੁਹਾਡੇ ਕੋਲ ਲੋਕਲਸ ਹੈਗੇ ਨੇ, ਨਿਊਜ਼ੀਲੈਂਡਰਸ ਹੈਗੇ ਨੇ। ਅੱਛਾ, ਪਹਿਲਾਂ ਇੱਥੇ ਚੈੱਕ ਕਰਦੇ ਆ। ਸਪੋਜ਼ ਕਰੋ ਮੈਂ EMPLOYER ਹਾਂ, ਮੈਨੂੰ ਟਰੱਕ ਡਰਾਈਵਰ ਚਾਹੀਦਾ, ਤੇ ਮੈਂ ਕੋਈ ਵਿਜ਼ਟਰ ਵੀਜ਼ੇ ਵਾਲੇ ਨੂੰ ਜਾਂ ਕਿਸੇ ਨੂੰ ਚੈੱਕ ਕਰਨ ਦੀ ਬਜਾਏ ਪਹਿਲਾਂ ਮੈਨੂੰ ਦਿਖਾਉਣਾ ਪੈਣਾ ਵੀ ਮੈਂ ਇੱਥੇ ਟਰਾਈ ਕਰ ਚੁੱਕਿਆ। ਐਬਸੋਲੂਟਲੀ। ਉਹਦਾ ਬਾਈਪਾਸ ਕੁਝ ਨਹੀਂ ਹੈ। ਅੱਛਾ ਜੀ। ਜਦੋਂ ਆਪਾਂ ਜੌਬ ਚੈੱਕ ਐਪਲੀਕੇਸ਼ਨ ਸਬਮਿਟ ਕਰਦੇ ਹਾਂ ਇਮੀਗ੍ਰੇਸ਼ਨ 'ਚ, ਤੇ ਉਹਦੇ 'ਚ ਸਾਰਾ ਐਵੀਡੈਂਸ ਅਸੀਂ ਨਾਲ ਲਗਾਉਂਦੇ ਹਾਂ ਕਿ EMPLOYER ਨੇ ਟਰਾਈ ਕੀਤਾ, ਉਹਨਾਂ ਨੂੰ ਐਵੀਡੈਂਸ ਦਿੱਤਾ ਵੀ ਨਹੀਂ ਉਹਨਾਂ ਨੂੰ ਮਿਲਿਆ ਕੋਈ ਵੀ ਇੱਥੇ ਲੋਕਲ ਕੰਮ ਕਰਨ ਲਈ, ਜਿਹਦੇ ਕਰਕੇ ਫਿਰ ਉਹਨਾਂ ਨੂੰ ਹੁਣ ਮਾਈਗ੍ਰੈਂਟ ਕਮਿਊਨਿਟੀ 'ਚ ਇਸ ਚੀਜ਼ ਨੂੰ ਐਕਸਟੈਂਡ ਕਰਨਾ ਪੈ ਰਿਹਾ। ਤੇ ਜੋ ਵੀ ਆਕਿਊਪੇਸ਼ਨ ਹੈ, ਉਸ ਆਕਿਊਪੇਸ਼ਨ ਦਾ ਉਹਨਾਂ ਨੂੰ ਇੱਕ ਜੌਬ ਟੋਕਨ ਲੈਣਾ ਪੈਂਦਾ। ਹਾਂਜੀ। ਤੇ ਇੱਕ ਜੌਬ ਟੋਕਨ ਤੇ ਤੁਸੀਂ ਇੱਕ ਹੀ ਇਨਸਾਨ ਨੂੰ ਹਾਇਰ ਕਰ ਸਕਦੇ ਹੋ। ਅੱਛਾ। ਤੇ ਜੇ ਤੁਸੀਂ ਇੱਕ ਟਰੱਕ ਡਰਾਈਵਰ ਹਾਇਰ ਕਰਨਾ ਤਾਂ ਤੁਹਾਨੂੰ ਉਹਦੇ ਲਈ ਇੱਕ ਬਕਾਇਦਾ ਜੌਬ ਟੋਕਨ ਅਪਲਾਈ ਕਰਨਾ ਪੈਂਦਾ। ਉਹ ਜੌਬ ਟੋਕਨ ਜਦੋਂ ਆਉਂਦਾ ਤੇ ਇੱਕ ਯੂਨੀਕ ਲਿੰਕ ਜਨਰੇਟ ਹੁੰਦਾ। ਉਹ ਯੂਨੀਕ ਲਿੰਕ ਜਦੋਂ ਤੁਹਾਡਾ ਅਪਰੂਵ ਹੁੰਦਾ ਤੇ ਉਹਦੇ ਥਰੂ ਹੀ ਤੁਸੀਂ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ। ਉਸ ਲਿੰਕ ਤੋਂ ਬਗੈਰ ਤੁਸੀਂ ਵਰਕ ਵੀਜ਼ਾ ਅਪਲਾਈ ਹੀ ਨਹੀਂ ਕਰ ਸਕਦੇ। ਅੱਛਾ, ਕਾਫੀ ਲੰਬਾ ਪ੍ਰੋਸੈਸ ਹੈ। ਇਟਸ ਅ ਲੌਂਗ ਪ੍ਰੋਸੈਸ। ਹਾਂਜੀ। ਤਾਂ ਹੁਣ ਆਪਾਂ ਪ੍ਰੋਸੈਸ ਦੀ ਗੱਲ ਚੱਲੀਏ ਤਾਂ ਤੁਸੀਂ ਦੇਖੋ ਵੀ ਜਿਹੜਾ ਇਨਸਾਨ ਨੂੰ 1 ਮੰਥ ਐਂਟਰੀ ਮਿਲੀ ਹੋਏਗੀ ਤਾਂ ਟਾਈਮ ਇਹ ਘੱਟ ਆ, 15 ਦਿਨ ਤਾਂ ਅਸੀਂ ਐਡਵਰਟਾਈਜ਼ਮੈਂਟ ਹੀ ਕਰਨੀ ਹੈ। ਬਿਲਕੁਲ। ਤਾਂ ਆਟੋਮੈਟਿਕਲੀ ਉਹ ਪ੍ਰੈਸ਼ਰ ਬਿਲਡ ਹੋ ਰਿਹਾ ਹੈ, ਆਟੋਮੈਟਿਕਲੀ ਉਹ ਚੀਜ਼ ਨੂੰ ਤੁਸੀਂ ਹੱਥ 'ਚੋਂ ਨਿਕਲ ਰਹੀ ਹੈ ਤੁਹਾਡੇ। ਤਾਂ ਉੱਥੇ ਕਿੱਥੇ ਗੱਲ ਆਉਂਦੀ ਹੈ ਵੀ ਤੁਸੀਂ ਯੂ ਰੀਅਲੀ ਨੀਡ ਟੂ ਨੋ ਕਿ ਇਟਸ ਨਾਟ ਅਬਾਊਟ ਕਿ ਤੁਸੀਂ ਕੰਟਰੀ 'ਚ ਪਹੁੰਚ ਜਾਓ ਬਸ। देयर इज अ लॉट ऑफ वर्क बिहाइंड द सीन्स। ਤੇ ਇੱਥੇ ਗੱਲ ਇਹ ਵੀ ਆਉਂਦੀ ਹੈ ਵੀ ਤੁਸੀਂ ਜੇ ਕਿਸੇ ਨਾਲ ਜੁੜੇ ਹੋ ਇਸ ਚੀਜ਼ ਨੂੰ ਲੈ ਕੇ ਤੇ ਮੇਕ ਸ਼ੋਰ ਕਰੋ ਵੀ ਤੁਸੀਂ ਜਿਹਦੇ ਨਾਲ ਵੀ ਜੁੜੇ ਹੋ ਉਹ ਐਟਲੀਸਟ ਲਾਇਸੈਂਸਡ ਹੈ, ਉਹਨੂੰ ਉਸ ਚੀਜ਼ ਦੀ ਨੌਲੇਜ ਹੈ ਵੀ ਜੋ ਉਹ ਕੰਮ ਕਰ ਰਿਹਾ ਉਹਨਾਂ ਦੇ ਕੋਲ ਰਾਈਟ ਕਨੈਕਸ਼ਨਸ ਨੇ। ਜੇ ਤੁਹਾਨੂੰ ਐਡਵਾਈਸ ਦੇ ਰਹੇ ਨੇ ਤੇ ਉਹ ਲੀਗਲੀ ਤੁਹਾਨੂੰ ਐਡਵਾਈਸ ਦੇ ਸਕਦੇ ਨੇ। ਸੋ ਛੋਟੀਆਂ ਜਿਵੇਂ ਲੀਗਲ ਗੱਲਾਂ ਇਹਨਾਂ ਨੇ ਦੱਸੀਆਂ ਨੇ, ਬਹੁਤ ਹੀ ਜ਼ਿਆਦਾ ਧਿਆਨ ਦੇਣ ਵਾਲੀਆਂ। ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਟਾਈਮ ਫਰੇਮ ਦੀ ਗੱਲ ਕੀਤੀ ਹੈ ਨਾ, ਹਰੇਕ ਚੀਜ਼ ਨੂੰ ਟਾਈਮ ਲੱਗਦਾ ਥੋੜਾ ਜਿਹਾ। ਸੋ ਜੇ ਹੋ ਸਕੇ ਤਾਂ ਥੋੜੀ ਬਹੁਤੀ ਰਿਸਰਚ ਤੁਸੀਂ ਆਪਣੇ ਬਿਹਾਫ ਤੇ ਪਹਿਲਾਂ ਵੀ ਕਰਕੇ ਆਓ। ਤੇ ਜਿਵੇਂ ਸਾਕਸ਼ੀ ਜੀ ਉਹਨਾਂ ਨੇ ਦੱਸਿਆ, ਜੇ ਤੁਹਾਡੇ ਕੋਲ ਕੋਈ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਹੈਗਾ ਉੱਥੇ, ਤਾਂ ਉਹਦੇ ਨਾਲ ਗੱਲ ਕਰਕੇ ਥੋੜਾ ਚੰਗੀ ਤਰ੍ਹਾਂ ਇਨਫੋਰਮੇਸ਼ਨ ਲੈ ਕੇ ਆਓਗੇ ਨਾ ਤਾਂ ਤੁਹਾਡੇ ਵਾਸਤੇ ਕਾਫੀ ਚੀਜ਼ਾਂ ਈਜ਼ੀ ਹੋ ਜਾਣਗੀਆਂ। ਬਿਲਕੁਲ। ਸੁਣਨ 'ਚ ਆਇਆ ਚਲੋ ਬਈ ਇੱਕ ਜੌਬ ਲੈਣ ਵਾਸਤੇ ਐਕਸਪੈਂਸਿਸ ਵੀ ਆਉਂਦੇ ਨੇ, ਜਿਵੇਂ ਓਵਰਸੀਜ਼ ਤੋਂ ਕਿਸੇ ਨੇ ਆਉਣਾ ਇੱਥੇ ਤਾਂ ਉਹਦੇ ਵੀ ਐਕਸਪੈਂਸਿਸ ਹੈਗੇ ਨੇ ਕੋਈ?
ਐਕਸਪੈਂਸਸ ਸਭ ਤੋਂ ਵੱਡੇ ਕੀ ਹੁੰਦੇ ਨੇ ਅਗੇਨ ਜਿਵੇਂ ਆਪਾਂ ਕਿਸੇ ਵੀ ਵੀਜ਼ਾ ਦੀ ਗੱਲ ਕੀਤੀ ਗਵਰਨਮੈਂਟ ਫੀਸਸ ਤੇ ਜਿਹਦੇ ਨਾਲ ਤੁਸੀਂ ਜੁੜੇ ਹੋ ਜਿਹੜਾ ਤੁਹਾਡਾ ਕੰਮ ਕਰ ਰਿਹਾ ਉਹਦੀ ਸਰਵਿਸ ਫੀਸ ਇਸ ਤੋਂ ਅਗੇਨ ਇਲਾਵਾ ਜੇ ਕੋਈ ਲਾਇਸੈਂਸਡ ਹੈ ਤਾਂ ਉਹਦੇ ਅਕੋਰਡਿੰਗ ਸਰਵਿਸ ਫੀਸ ਹੁੰਦੀ ਹੈ ਤਾਂ ਇਹ ਚੀਜ਼ ਇੰਪੋਰਟੈਂਟ ਹੈ ਕਿ ਤੁਸੀਂ ਜਿਹਦੇ ਨਾਲ ਵੀ ਜੁੜੇ ਹੋਏ ਹੋ ਮੇਕ ਸ਼ੋਰ ਕਰੋ ਵੀ ਉਸ ਚੀਜ਼ ਨੂੰ ਸਰਵਿਸ ਨੂੰ ਜਾਂ ਐਡਵਾਈਸ ਦੇਣ ਦੀ ਲਾਇਕ ਹੈ। ਠੀਕ। ਇਸ ਤੋਂ ਇਲਾਵਾ ਜਿਵੇਂ ਗੱਲ ਕਰਾਂ ਜੇ ਖਰਚੇ ਦੀ ਗੱਲ ਕਰੀਏ ਤਾਂ ਰਿਕਰੂਟਮੈਂਟ ਜਿਹੜੀ ਹੁੰਦੀ ਨਿਊਜ਼ੀਲੈਂਡ 'ਚ ਜਿਵੇਂ ਰਿਕਰੂਟਮੈਂਟ ਕੰਪਨੀਆਂ ਨੇ ਜਾਂ ਕਿਤੇ ਵੀ ਜੇ ਆਪਾਂ ਕੋਈ ਰਿਕਰੂਟਮੈਂਟ ਕਰਦੇ ਹਾਂ ਤਾਂ ਦ ਰਿਕਰੂਟਮੈਂਟ ਫੀ ਇਜ਼ ਔਨ EMPLOYER। ਓਕੇ। ਜਿੰਨੇ ਕਿਸੇ ਨੇ ਵੀ ਜੇ ਬੰਦਾ ਰਿਕਰੂਟ ਜੇ ਤੁਸੀਂ ਹੁਣ EMPLOYER ਹੋ ਤੁਹਾਨੂੰ ਬੰਦਾ ਚਾਹੀਦਾ ਦੈਟ ਮੀਨਸ ਇਟਸ ਯੋਰ ਨੀਡ। ਤੁਸੀਂ ਸਫਰ ਕਰ ਰਹੇ ਹੋ ਯੂ ਨੀਡ ਸਮਬਡੀ ਟੂ ਲੁੱਕ ਆਫਟਰ ਯੋਰ ਬਿਜ਼ਨਸ ਯੂ ਲੁੱਕ ਆਫਟਰ ਯੋਰ ਬਿਜ਼ਨਸ ਆਪਰੇਸ਼ਨ ਦੈਟ ਮੀਨਸ ਯੂ ਨੀਡ ਟੂ ਪੇ ਫॉर ਇਟ। ਹਾਂਜੀ ਮਤਲਬ ਕਿ ਸਿੰਪਲ ਸ਼ਬਦਾਂ ਦੇ ਵਿੱਚ ਤੁਸੀਂ ਜੇ ਮੈਨੂੰ ਬੰਦੇ ਦੀ ਲੋੜ ਆ ਮੈਂ ਕਿਸੇ ਨੂੰ ਬੁਲਾ ਰਿਹਾ ਤਾਂ ਉਹ ਐਕਚੁਅਲੀ ਮੇਰਾ ਖਰਚਾ ਵਾ ਨਾ ਕਿ ਉਸ ਬੰਦੇ ਦਾ। ਬਿਲਕੁਲ ਨਾ ਕਿ ਉਸ ਬੰਦੇ ਦਾ ਖਰਚਾ ਜਿੰਨੇ ਕੰਮ ਕਰਨਾ ਹੈ ਉਹਦਾ ਖਰਚਾ ਨਹੀਂ ਹੈਗਾ ਉਹਨੇ ਤਾਂ ਕੰਮ ਕਰਨਾ ਹੈ ਪੈਸੇ ਲੈਣੇ ਕਮਾਈ ਕਰਨੀ ਉਹ ਉਹਦਾ ਰੋਜ਼ੀ ਰੋਟੀ। ਪਰ ਉਹ ਕੰਮ ਨੂੰ ਲੈਣ ਵਾਸਤੇ ਵੀ ਜੇ ਉਹਨੂੰ ਖਰਚਾ ਕਰਨਾ ਪਵੇ ਲੀਗਲੀ ਜੇ ਆਪਾਂ ਕਹੀਏ ਤਾਂ ਰਿਕਰੂਟਮੈਂਟ ਗੈਟਿੰਗ ਪੇਇੰਗ ਐਨੀਬਡੀ ਰਿਕਰੂਟਮੈਂਟ ਫੀ ਇਨ ਨਿਊਜ਼ੀਲੈਂਡ ਇਜ਼ ਇਲੀਗਲ। ਹਾਂਜੀ ਠੀਕ ਹੈ ਜੀ ਇਹ ਗੱਲ ਵੱਲ ਧਿਆਨ ਦਿਓ। ਅੱਛਾ ਸਾਕਸ਼ੀ ਮੇਰੇ ਜ਼ਿਹਨ ਦੇ ਵਿੱਚ ਜਿੰਨੇ ਕੁਐਸਚਨ ਸੀਗੇ ਮੈਂ ਤੁਹਾਨੂੰ ਪੁੱਛ ਚੁੱਕਿਆ ਤੇ ਤੁਸੀਂ ਬਹੁਤ ਹੀ ਵਧੀਆ ਸਿੰਪਲ ਤਰੀਕੇ ਦੇ ਨਾਲ ਸਿੰਪਲ ਸ਼ਬਦਾਂ ਦੇ ਵਿੱਚ ਸਮਝਾਏ ਨੇ ਪਰ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਵੀ ਕੁਝ ਆਪਾਂ ਨੂੰ ਹੋਰ ਵੀ ਕਵਰ ਕਰਨ ਦੀ ਲੋੜ ਹੈਗੀ ਆ? ਹਾਂਜੀ ਨਹੀਂ ਅਸੀਂ ਕਾਫੀ ਪੁਆਇੰਟਸ ਕਵਰ ਕੀਤੇ ਨੇ ਤੇ ਆਈ ਹੋਪ ਸਾਰਿਆਂ ਨੂੰ ਹੈਲਪ ਵੀ ਹੋਈ ਹੋਏਗੀ ਬਟ ਇੱਕ ਹੋਰ ਪੁਆਇੰਟ ਮੇਰੇ ਜ਼ਿਹਨ 'ਚ ਹੈਗਾ ਹਾਂਜੀ ਜਿਹੜਾ ਕਿ ਅਗੇਨ ਆਪਾਂ ਵਿਜ਼ਿਟਰ ਵੀਜ਼ਾ ਨੂੰ ਹੀ ਕਨੈਕਟ ਕਰ ਰਹੇ ਹਾਂ ਕਿਉਂਕਿ ਜ਼ਿਆਦਾਤਰ ਲੋਕ ਪ੍ਰੈਫਰ ਕਰਦੇ ਨੇ ਕਿ ਅਸੀਂ ਪਹਿਲੇ ਕੰਟਰੀ 'ਚ ਪਹੁੰਚੀਏ ਦੇਖੀਏ ਮਾਹੌਲ ਵੈਦਰ ਉੱਥੋਂ ਦਾ ਰਹਿਣ ਸਹਿਣ ਐਜੂਕੇਸ਼ਨ ਤੇ ਫਿਰ ਆਪਾਂ ਡਿਸਾਈਡ ਕਰੀਏ। ਬਿਲਕੁਲ। ਇੱਕ ਤਾਂ ਹੁੰਦਾ ਕਿ ਚਲੋ ਇਹ ਜੈਨੂਇਨ ਇੰਟੈਂਸ਼ਨ ਹੈ ਕਿ ਅਸੀਂ ਜਾ ਕੇ ਹੀ ਦੇਖਾਂਗੇ ਹਾਂਜੀ ਪਰ ਕਈ ਵਾਰੀ ਕੀ ਹੁੰਦਾ ਹੈ ਵੀ ਸਾਨੂੰ ਆਲਰੇਡੀ ਪਤਾ ਹੁੰਦਾ ਹੈ ਕਿ ਅਸੀਂ ਉੱਥੇ ਜਾ ਕੇ ਸ਼ਾਇਦ ਸਾਡਾ ਪਲਾਨ ਹੈ ਕਿ ਅਸੀਂ ਸੈਟਲ ਹੋਣਾ ਹੈ ਜਾਂ ਅਸੀਂ ਅੱਗੇ ਪੜ੍ਹ ਸਕਦੇ ਹਾਂ ਜਾਂ ਅਸੀਂ ਜੌਬ ਲੈਣੀ ਕਿ ਜੇ ਤੁਹਾਨੂੰ ਆਲਰੇਡੀ ਪਤਾ ਹੈ ਕਿ ਤੁਸੀਂ ਇੱਥੇ ਆ ਕੇ ਸਟੱਡੀ ਕਰ ਸਕਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਸਟੈਪ 2 ਨਾ ਰੱਖੋ ਉਹਨੂੰ ਸਟੈਪ 1 ਹੀ ਰੱਖੋ। ਬਿਲਕੁਲ ਸਹੀ। ਤਾਂ ਪਹਿਲੀ ਗੱਲ ਇੱਥੇ ਤਾਂ ਆਟੋਮੈਟਿਕਲੀ ਤੁਸੀਂ ਇਮੀਗ੍ਰੇਸ਼ਨ ਨੂੰ ਅਪਰੂਵ ਕਰ ਦਿੰਦੇ ਹੋ ਕਿ ਵਿਜ਼ਿਟਰ ਵੀਜ਼ਾ ਜੇ ਤੁਸੀਂ ਪਹਿਲਾਂ ਪਾਇਆ ਕਿ ਹੁਣ ਤੁਸੀਂ ਪਹਿਲਾਂ ਸਹੀ ਕਹਿ ਰਹੇ ਸੀਗੇ ਕਿ ਤੁਸੀਂ ਵਿਜ਼ਿਟ ਕਰਕੇ ਵਾਪਸ ਮੁੜ ਜਾਣਾ ਜਾਂ ਤੁਸੀਂ ਹੁਣ ਸਹੀ ਕਹਿ ਰਹੇ ਹੋ ਵੀ ਅਸੀਂ ਵਾਪਸ ਨਹੀਂ ਮੁੜਨਾ ਅਸੀਂ ਤਾਂ ਜੀ ਇੱਥੇ ਹੀ ਰਹਿਣਾ। ਤਾਂ ਜੇ ਮੈਂ ਇਮੀਗ੍ਰੇਸ਼ਨ ਆਫਿਸਰ ਹੋਵਾਂ ਤਾਂ ਮੈਂ ਵੀ ਕਨਫਿਊਜ਼ ਹੋ ਜਾਂਗੀ ਕਿ ਮੈਂ ਇਸ ਚੀਜ਼ ਤੇ ਕਿਵੇਂ ਬਿਲੀਵ ਕਰਾਂ ਕਿ ਪਹਿਲੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਸਹੀ ਸੀ ਜਾਂ ਇਮੀਡੀਏਟਲੀ ਫਿਊ ਵੀਕਸ ਦੇ ਅੰਡਰ ਹੀ ਤੁਸੀਂ ਚੇਂਜਸ ਕਰ ਲਿਆ। ਇਟਸ ਓਕੇ ਸਿਚੁਏਸ਼ਨਸ ਚੇਂਜ ਹੁੰਦੀਆਂ ਨੇ ਕਈ ਜੈਨੂਇਨ ਵੀ ਤੁਸੀਂ ਵਾਕਈ ਇਹ ਚੀਜ਼ ਸਹੀ ਹੁੰਦੀ ਵੀ ਅਸੀਂ ਚੇਂਜਸ ਕਰਨੀਆਂ ਨੇ ਬਟ ਉਸ ਚੀਜ਼ ਦਾ ਫਿਰ ਡਾਕੂਮੈਂਟਰੀ ਐਵੀਡੈਂਸ ਵੀ ਉਸ ਚੀਜ਼ ਨਾਲ ਸਪੋਰਟਿੰਗ ਹੋਣਾ ਚਾਹੀਦਾ ਕਿ ਆਪਣਾ ਹੋਮਵਰਕ ਆਪਣੀ ਨੌਲੇਜ ਆਪਣੀ ਅਵੇਅਰਨੈਸ ਨੂੰ ਡੇ 1 ਤੋਂ ਹੀ ਉਨਾ ਹੀ ਜਾਗਰੂਕ ਰੱਖੋ ਜਿੰਨਾ ਕਿ ਤੁਸੀਂ ਇੱਥੇ ਆ ਕੇ ਕਰਨ ਦੀ ਜ਼ਰੂਰਤ ਸਮਝਦੇ ਹੋ ਕਿਉਂਕਿ ਖਰਚਾ ਕਰਕੇ ਸੋਚਣਾ ਜ਼ਿਆਦਾ ਮੁਸ਼ਕਿਲ ਹੁੰਦਾ ਜਦੋਂ ਆਪਾਂ ਪਹਿਲਾਂ ਹੀ ਪੂਰੀ ਚੀਜ਼ ਨੂੰ ਸੋਚ ਸਮਝ ਕੇ ਪਲਾਨ ਕਰਕੇ ਕਰਦੇ ਆ ਤਾਂ ਫਿਰ ਅਸੀਂ ਬਹੁਤ ਸੋਚ ਸਮਝ ਕੇ ਖਰਚਾ ਵੀ ਕਰਦੇ ਹਾਂ ਫਿਰ ਉਹ ਪੈਸਾ ਜਾਂ ਉਹ ਕੱਲਾ ਪੈਸਾ ਹੀ ਨਹੀਂ ਖਰਚਾ ਹੁੰਦਾ ਤੁਹਾਡਾ ਟਾਈਮ ਵੀ ਮਨੀ ਹੈ ਪਰਿਵਾਰ ਵੀ ਹੈ ਤੁਹਾਡਾ ਹਰ ਇੱਕ ਚੀਜ਼ ਬੈਲੈਂਸ ਕਰਕੇ ਚੱਲਣੀ ਤੇ ਉਹ ਚੀਜ਼ ਨੂੰ ਬੈਸਟ ਹੈ ਕਿ ਤੁਸੀਂ ਆਪਣੀ ਨੌਲੇਜ ਨੂੰ ਪੂਰਾ ਅਵੇਅਰ ਰੱਖੋ ਜੇ ਤੁਹਾਨੂੰ ਕੋਈ ਐਡਵਾਈਸ ਦੀ ਲੋੜ ਹੈ ਜਾਂ ਕੁਝ ਵੀ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਸ ਚੀਜ਼ ਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਗਾਈਡ ਕਰੀਏ ਤੇ ਬਟ ਮੇਨ ਮਕਸਦ ਇਹੀ ਹੈ ਕਿ ਤੁਸੀਂ ਕੁਝ ਵੀ ਖਰਚਣ ਤੋਂ ਪਹਿਲਾਂ ਆਪਣਾ ਦਿਮਾਗ ਖਰਚੋ ਤਾਂ ਜ਼ਿਆਦਾ ਇੰਪੋਰਟੈਂਟ। ਸੋ ਆਪਾਂ ਇਸ ਵੀਡੀਓ ਦੇ ਵਿੱਚ ਟਰਾਈ ਕੀਤੀ ਹੈ ਜੀ ਜਿੰਨੀ ਕਿ ਇਨਫੋਰਮੇਸ਼ਨ ਆਪਾਂ ਮਤਲਬ ਇਕੱਠੀ ਕਰਕੇ ਤੁਹਾਡੇ ਅੱਗੇ ਪ੍ਰੈਜ਼ੈਂਟ ਕਰ ਸਕੀਏ ਉਨੀ ਕੀਤੀ ਆ ਤਾਂ ਕੋਸ਼ਿਸ਼ ਕੀਤੀ ਆ ਕਿ ਥੋੜਾ ਅਵੇਅਰ ਤੁਸੀਂ ਹੋਵੋ ਆਪਣਾ ਹੋਮਵਰਕ ਕਰਕੇ ਆਓ ਤੁਹਾਡੇ ਫਿਊਚਰ ਦੇ ਪਲਾਨ ਕੀ ਨੇ ਉਸ ਹਿਸਾਬ ਨਾਲ ਤੁਸੀਂ ਪਹਿਲਾ ਸਟੈਪ ਇਹ ਚੱਕੋ ਤੇ ਮੈਂ ਰੀਅਲੀ ਥੈਂਕਫੁਲ ਆ ਤੁਹਾਡਾ ਸਾਕਸ਼ੀ ਜੀ ਤੁਸੀਂ ਆਪਣੇ ਮਤਲਬ ਕੀਮਤੀ ਟਾਈਮ ਦੇ ਵਿੱਚੋਂ ਕੱਢ ਕੇ ਮਤਲਬ ਇੰਨੀ ਵਧੀਆ ਇਨਫੋਰਮੇਸ਼ਨ ਤੁਹਾਡੀ ਨੌਲੇਜ ਸਾਰੀ ਸ਼ੇਅਰ ਕੀਤੀ ਆ ਸਾਡੇ ਨਾਲ ਰੀਅਲੀ ਥੈਂਕ ਯੂ ਤੇ ਮੈਨੂੰ ਯਕੀਨ ਆ ਕਿ ਆਪਣੇ ਵਿਊਜ਼ ਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ ਤੁਹਾਡੀ ਸਾਰੀ ਇਨਫੋਰਮੇਸ਼ਨ ਤੁਹਾਡੀ ਨੌਲੇਜ ਸ਼ੇਅਰ ਕਰਕੇ ਇੱਥੇ। ਹਾਂਜੀ ਨਹੀਂ ਥੈਂਕ ਯੂ ਫਰਮ ਮਾਈ ਐਂਡ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਨੂੰ ਇਹ ਚੀਜ਼ ਦੀ ਓਪਰਚ्युनिटी ਮਿਲੀ ਕਿ ਅਸੀਂ ਇਕੱਠੇ ਹੋ ਕੇ ਮੈਸੇਜ ਆਪਣੀ ਕਮਿਊਨਿਟੀ ਨੂੰ ਡਿਲੀਵਰ ਕਰ ਸਕੀਏ ਸੋ ਇਹ ਚੀਜ਼ ਮੈਂ ਜ਼ਿਆਦਾ ਧੰਨਵਾਦੀ ਹਾਂ ਤੁਹਾਡੀ ਥੈਂਕ ਯੂ ਫॉर ਹੈਵਿੰਗ ਥੈਂਕ ਯੂ ਜੀ ਤੇ ਬਾਕੀ ਇਹਨਾਂ ਦੀਆਂ ਡਿਟੇਲਸ ਜਿਹੜੀਆਂ ਇਹਨਾਂ ਦੀ ਮਤਲਬ ਲੀਗਲ ਇੱਥੇ ਏਜੰਸੀਜ਼ ਨੇ ਉਹਨਾਂ ਦੀ ਡਿਟੇਲ ਮੈਂ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਊਂਗਾ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਕੁਐਸਚਨ ਨੇ ਤਾਂ ਤੁਸੀਂ ਇਹਨਾਂ ਨੂੰ ਡਾਇਰੈਕਟਲੀ ਈਮੇਲ ਵਗੈਰਾ ਕਰਕੇ ਜਾਂ ਫੋਨ ਤੇ ਪੁੱਛ ਸਕਦੇ ਹੋ ਬਟ ਵਾਂਸ ਅਗੇਨ ਜੋ ਵੀ ਕਰਨਾ ਤੁਸੀਂ ਲੀਗਲੀ ਸਹੀ ਤਰੀਕੇ ਦੇ ਨਾਲ ਕਰੋ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਠੀਕ ਹੈ ਜੀ ਸਾਕਸ਼ੀ ਥੈਂਕ ਯੂ ਸੋ ਮਚ ਫॉर ਦੈਟ ਤੁਹਾਡੇ ਟਾਈਮ ਵਾਸਤੇ ਤੁਹਾਡੀ ਨੌਲੇਜ ਵਾਸਤੇ ਥੈਂਕ ਯੂ ਸੋ ਮਚ।